ਕੱਪੜੇ ਬਦਲਦੇ ਤਾਂ ਚਿਰ ਲੱਗਦਾ ਹੋਊਗਾ, ਮੈਨੂੰ ਲੱਗਦਾ ਕਾਂਗਰਸ ਸਾਹਿਬ ਨੂੰ ਪਾਰਟੀ ਬਦਲਦੇ ਚਿਰ ਨਹੀਂ ਲੱਗਦਾ। ਇਹਨੇ ਨਵੇਂ ਪ੍ਰਾਹੁਣੇ ਸਾਡੇ ਸਿਰ ਤੇ ਲਿਆ ਕੇ ਬਿਠਾਤੇ ਆ, ਸ਼ੇਰੋ ਸ਼ਾਇਰੀ ਕਰਦੇ ਨੇ ਜਿਹੜੇ। ਉਹਦੀ ਸਿੱਧੀ ਜਿਹੜੀ ਗੱਲ ਮੈਂ ਵੇਖ ਰਿਹਾ ਸੀ ਮਨਪ੍ਰੀਤ ਸਿੰਘ ਬਾਦਲ ਤੇ ਸੀਗੀ। ਦੋਸ਼ ਲਾਉਣਾ ਵੀ ਮਨਪ੍ਰੀਤ ਨੇ ਇੱਕ ਪਾਰਟੀ ਬਦਲਤੀ ਤੇ ਤੂੰ ਤਾਂ 5 ਬਦਲੀਆਂ ਨੇ ਤੁਹਾਡੇ ਪਰਿਵਾਰ ਨੇ। ਚੰਗੇ ਕੰਮ ਕਰਾਂਗੇ ਕੱਲ ਨੂੰ ਫਿਰ ਮਿਲ ਜਾਣੀਆਂ, ਮਾੜੇ ਕੰਮ ਕਰਾਂਗੇ ਤਾਂ ਖੋਹ ਲੈਂਦੀਆਂ ਨੇ ਪਾਰਟੀਆਂ। ਐਵੇਂ ਤਾਂ ਬਦਲਦੇ ਨਹੀਂ ਲੋਕ। ਨਿਸ਼ਾਂਤ ਕਿਸ਼ੋਰ ਦੀ ਰਿਪੋਰਟ ਪੜ੍ਹ ਲਓ, ਉਹਦੇ ਵਿੱਚ ਸਾਫ਼ ਲਿਖਿਆ ਕਾਂਗਰਸ ਸਾਹਿਬ ਬਾਰੇ ਵੀ ਕੀ ਉਹਦੇ ਰਿਪੋਰਟ 'ਚ ਲਿਖਿਆ ਕਿ ਨਸ਼ਾ ਵਿਕਾਉਂਦਾ ਆਪਦੇ ਹਲਕੇ ਦੇ ਵਿੱਚ, SHO ਨਾਲ ਰਲ ਕੇ ਪੈਸੇ ਲੈਂਦਾ। ਉਹਦੇ 'ਚ ਲਿਖਿਆ ਵੀ ਬਹੁਤ ਜ਼ਿਆਦਾ ਕਰਪਸ਼ਨ ਕਰਦਾ। ਅਕਾਲੀ ਦਲ ਦੀ ਇਹਨੂੰ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦਿੱਤੀ ਆਪਣੇ ਹਲਕੇ ਦੇ ਵਿੱਚ, ਉਦੋਂ ਵੀ ਸਰਦਾਰ ਹਰਬੰਸ ਸਿੰਘ ਸਿੱਧੂ ਮਿਨਿਸਟਰ ਸੀਗੇ। ਇਹ ਖੜਾ ਹੋ ਕੇ ਸਾਡੇ ਨਾਲ ਕਾਗਜ਼ ਭਰਨ ਵਾਲੇ ਦਿਨ ਮੁੱਕਰ ਗਿਆ, ਕਹਿੰਦਾ ਮੈਂ ਨਹੀਂ ਭਰਦਾ, ਡਰ ਗਿਆ ਸਿੱਧੂ ਸਾਹਿਬ ਤੋਂ। ਹੋਊਗਾ ਕਿ ਸ਼ਰਾਬ ਦਾ ਪਿਆ ਕਰਨ ਤੇ ਫਿਰ ਇਹ ਭਾਸ਼ਣ ਦਿਆ ਕਰੇ, ਲੱਤਾਂ ਕੰਬਣ ਲੱਗ ਜਾਇਆ ਕਰਨ ਤੇ ਭਾਸ਼ਣ ਨਾ ਦਿਆ ਕਰੇ। ਇਹ ਤਾਂ ਪੱਕਾ ਹੀ ਪਤਾ ਹੀ ਹੁੰਦਾ ਕਿ ਸਾਬਕਾ ਤਾਂ ਹੋਣਾ ਹੀ ਹੁੰਦਾ। ਮੈਂ ਸੁਣੀ ਇੰਟਰਵਿਊ ਤੁਹਾਡੀ ਕੱਲ੍ਹ ਵਾਲੀ ਸਾਰੀ ਉਹਨਾਂ ਦੀ, ਉਹ ਬਹੁਤ ਹੀ ਜਿਵੇਂ ਕੋਈ ਰੋਂਦਾ ਬੰਦਾ ਹੁੰਦਾ ਜਾਂ ਘਬਰਾਹਟ ਦੇ ਵਿੱਚ ਹੁੰਦਾ, ਜਿਵੇਂ ਕੋਈ ਬਹੁਤ ਵੱਡੀ ਚੀਜ਼ ਘੁਸ ਗਈ ਹੁੰਦੀ ਹੈ। ਤੁਹਾਨੂੰ ਵੀ ਗੁੱਸੇ ਗਿਲੇ ਹੋਏ ਸੀ ਜਦੋਂ ਮੌੜ ਤੋਂ ਟਿਕਟ ਨਹੀਂ ਮਿਲਦੀ, ਤੁਸੀਂ ਵੀ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਹੋ, ਨਾਰਾਜ਼ਗੀ ਨਹੀਂ ਸੀ? ਇੰਨੀ ਨੀਵੀਂ ਪੱਧਰ ਤੇ ਨਹੀਂ ਜਾਣਾ ਚਾਹੀਦਾ, ਇੰਨੇ ਝੂਠ ਨਹੀਂ ਬੋਲਣੇ ਚਾਹੀਦੇ। ਪਰ ਮੈਨੂੰ ਲੱਗਦਾ ਵੀ ਜੇ ਕਿਤੇ ਝੂਠਾਂ ਦਾ ਮੁਕਾਬਲਾ ਦੁਨੀਆ ਦੇ ਵਿੱਚ ਹੋਵੇ ਜਾਂ ਇੰਡੀਆ 'ਚ ਹੋਵੇ ਜਾਂ ਬਾਹਰ, ਇਹ ਸਾਡਾ ਬੰਦਾ ਵਜ਼ੀਰ ਸਾਹਿਬ ਸਾਡੇ ਸਾਬਕਾ ਕਾਂਗਰਸ ਸਾਹਿਬ ਇਹ ਫਸਟ ਆ ਸਕਦੇ, ਉੱਥੋਂ ਵੱਡਾ ਨਾਮ ਇਹ ਲੈ ਕੇ ਆ ਸਕਦਾ ਜਿੰਨੇ ਇਹ ਝੂਠ ਬੋਲਦੇ ਆ। ਪਿਛਲੇ ਦਿਨੀ ਰਾਮੂਵਾਲੀਆ ਸਾਹਿਬ ਜੋ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਜਾਂਦੇ ਨੇ, ਕਹਿੰਦੇ ਨੇ ਰਾਜਾ ਵੜਿੰਗ ਬਹੁਤ ਵਧੀਆ ਕੰਮ ਕਰ। ਹੈਨਰੀ ਦੀ 100 ਬੱਸ ਆ ਜਲੰਧਰ ਵਾਲੇ ਦੀ, ਉਹਨੇ ਵੀ ਕੋਈ ਟੈਕਸ ਨਹੀਂ ਭਰਿਆ ਇੱਕ ਦਾ ਵੀ। ਕਿ ਢਿੱਲੋਂ ਆ ਸਾਡੇ ਕੋਲੇ, ਉਹਦੀਆਂ ਵੀ 20-25 ਬੱਸਾਂ ਨੇ, ਉਹਨੇ ਵੀ ਕੋਈ ਟੈਕਸ ਨਹੀਂ ਭਰਿਆ। ਕੋਈ ਚਲੋ ਜੇ ਤੂੰ ਅਕਾਲੀ ਦਲ ਦੀਆਂ 50 ਫੜੀਆਂ, ਦੂਜਿਆਂ ਦੀਆਂ 20 ਕੀ ਫੜ ਲਾ। 10 ਸੀਟਾਂ ਹਰਾਉਣ ਦੇ ਲਈ ਅਕਾਲੀਆਂ ਤੋਂ ਸਪਾਰੀ ਲੈਂਦੇ ਰਹੇ ਨੇ ਭਾਜਪਾ, ਅਕਾਲੀ ਦਲ ਸਪਾਰੀ ਦਿੰਦਾ ਰਿਹਾ। ਅਕਾਲੀ ਦਲ ਕੋਲ ਤਾਂ ਆਪਦੀ ਇਲੈਕਸ਼ਨ ਲੜਨ ਜੋਗੇ ਪੈਸੇ ਹੈ ਨਹੀਂ, ਪ੍ਰਧਾਨ ਸਾਹਿਬ ਤਾਂ ਰੋਜ਼ ਆਉਂਦੇ ਆ, ਥੋੜੇ ਬਹੁਤੇ ਪੈਸੇ ਇਕੱਠੇ ਕਰੀਏ, ਇੱਥੇ ਸਪਾਰੀਆਂ ਅਸੀਂ ਕਿੱਥੋਂ ਦੇ ਦਾਂਗੇ। ਦੇਖੋ ਚੰਡੀਗੜ੍ਹ ਸਾਡੇ ਨਾਲ ਧੱਕਾ ਕੋਈ ਬੈਠਿਆ, ਕਿਸੇ ਸੂਬੇ ਤੋਂ ਰਾਜਧਾਨੀ ਵੀ ਕੋਈ ਸਾਥੋਂ ਕੋਈ ਬੈਠਿਆ, ਪਾਣੀ ਸਾਡਾ ਨਹੀਂ ਸਾਨੂੰ ਦਿੰਦੇ। ਤੁਸੀਂ ਕਹਿੰਦੇ 10 ਸਾਲਾਂ 'ਚ ਕਿਉਂ ਨਹੀਂ ਮੰਗੀ, ਉਦੋਂ ਤਾਂ BJP ਦੇ ਨਾਲ ਬੜੀ ਟਿਊਨਿੰਗ ਸੀ, ਉਦੋਂ ਕਿਉਂ ਨਹੀਂ ਚੰਡੀਗੜ੍ਹ ਮੰਗਿਆ ਗਿਆ? ਤੇ ਜਿਹੜੀਆਂ 17 ਮੰਗਾਂ ਸੀ ਅਨੰਦਪੁਰ ਮਤੇ ਦੀਆਂ, ਅੱਜ ਦੁਹਰਾਈਆਂ ਜਾ ਰਹੀਆਂ ਨੇ ਓਪੋਜੀਸ਼ਨ 'ਚ ਹੁੰਦਿਆਂ, ਉਹ ਜਦੋਂ ਸੱਤਾ ਦੇ ਵਿੱਚ ਸੀਗੀ ਅਕਾਲੀ ਦਲ, ਉਦੋਂ ਕਿਉਂ ਨਹੀਂ ਦੁਹਰਾਈਆਂ ਗਈਆਂ? सियासत में भूचाल उठा ही रहता है जे पंजाब है साहिब दिल्ली तो नहीं, पर इस भूचाल ਦਾ ਕਾਰਨ ਕੀ ਹੈ? ਸਵਾਲ ਇਹ ਹੋ ਜਾਂਦੇ ਨੇ। ਕਿਹਾ ਜਾਂਦਾ ਜਦੋਂ ਨਾਂ ਦੇ ਮੂਹਰੇ ਸਾਬਕਾ ਲੱਗ ਜਾਂਦਾ ਹੈ, ਉਦੋਂ ਗੁੱਸੇ ਗਿਲੇ ਵੀ ਜਾਇਜ਼ ਹੋ ਜਾਂਦੇ ਨੇ। ਸਾਡੇ ਨਾਲ ਸਿਕੰਦਰ ਸਿੰਘ ਮਲੂਕਾ ਨੇ। ਮਲੂਕਾ ਸਾਹਿਬ ਸਵਾਗਤ ਹੈ ਜੀ। ਮੇਰੇ ਵੱਲੋਂ ਜੀ ਤੁਹਾਡਾ ਤੇ ਸਾਰੇ ਪ੍ਰੋ ਪੰਜਾਬ TV ਦੇ ਸਰੋਤਿਆਂ ਦਾ, ਸਾਰਿਆਂ ਦਾ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮਲੂਕਾ ਸਾਹਿਬ ਕਹਿੰਦੇ ਜਦੋਂ ਸਾਬਕਾ ਲੱਗ ਜਾਂਦਾ ਨਾਂ ਮੂਹਰੇ ਗੁੱਸੇ ਗਿਲੇ ਜਾਇਜ਼ ਹੋ ਜਾਂਦੇ ਨੇ। ਤੁਹਾਡੇ ਵਿਰੋਧੀ ਨੇ ਗੁਰਪ੍ਰੀਤ ਸਿੰਘ ਕਾਂਗੜ, ਰਾਤ ਮੈਂ ਉਹਨਾਂ ਦਾ ਇੰਟਰਵਿਊ ਕਰ ਰਿਹਾ ਸੀ, ਕਹਿੰਦੇ ਪਾਰਟੀ ਨੇ ਸਾਨੂੰ ਗੰਦ ਦੇ ਢੇਰ ਤੇ ਬਾਤਾ। ਦੇਖੋ ਸਿਆਸਤ ਕੋਈ ਸਥਾਈ ਕੰਮ ਤਾਂ ਹੈ ਨਹੀਂਗਾ, ਇਹ ਤਾਂ ਵੋਟਾਂ ਦਾ 5 ਸਾਲ ਦਾ ਹੈਗਾ, ਚਾਹੇ ਸਰਪੰਚ ਹੈ, MLA ਹੈ, ਵਜ਼ੀਰੀਆਂ ਨੇ, ਸੈਂਟਰ ਦੀਆਂ ਨੇ, ਇੱਥੋਂ ਦੀਆਂ ਨੇ। 5 ਸਾਲ ਬਾਅਦ ਸਾਬਕਾ ਤਾਂ ਹੋਣਾ ਹੀ ਹੁੰਦਾ, ਜਾਂ ਵੱਧ ਤੋਂ ਵੱਧ ਜੇ ਆਪਾਂ MLA ਬਣ ਜਾਂਗੇ, ਸਰਕਾਰ ਨਾ ਬਣੀ ਫਿਰ ਵੀ ਕੋਈ ਵਜ਼ੀਰੀਆਂ ਸਦਾ ਤਾਂ ਰਹਿੰਦੀਆਂ ਨਹੀਂ, ਨਾ ਸਾਰਿਆਂ ਨੂੰ ਮਿਲਣਾ ਹੁੰਦਾ। ਮੈਂ ਤਾਂ 2 ਵਾਰੀ ਵਜ਼ੀਰ ਰਿਹਾ, ਮੈਨੂੰ ਤਾਂ ਕੋਈ ਮਹਿਸੂਸ ਨਹੀਂ ਹੋਇਆ ਵੀ ਜਦੋਂ ਸਾਬਕਾ ਹੋ ਗਏ। ਇਹ ਤਾਂ ਪੱਕਾ ਹੀ ਪਤਾ ਹੀ ਹੁੰਦਾ ਕਿ ਸਾਬਕਾ ਤਾਂ ਹੋਣਾ ਹੀ ਹੁੰਦਾ। ਤੇ ਜੇ ਸਾਬਕ ਹੋ ਕੇ ਅਸੀਂ ਦਿਲ ਨੂੰ ਲਾ ਲਈਏ ਜਾਂ ਘਬਰਾਹਟ 'ਚ ਪੈ ਜਾਈਏ ਵੀ ਪਤਾ ਨਹੀਂ ਮੇਰੀ ਜੱਦੀ ਜਾਇਦਾਦ ਸੀ ਕੋਈ ਖੁੱਸ ਗਈ, ਤਾਂ ਲੋਕਾਂ ਦੀਆਂ ਚੀਜ਼ਾਂ ਨੇ ਜਾਂ ਪਾਰਟੀ ਦੀਆਂ ਗੱਲਾਂ ਨੇ, ਜਿਹਨੂੰ ਮਰਜ਼ੀ ਰੱਖੇ ਬਣਾਵੇ। ਕੋਈ ਨਾ ਬਣੇ ਤੋਂ ਬਾਹਲੀ ਖੁਸ਼ੀ ਬਣਾਉਣੀ ਚਾਹੀਦੀ ਹੈ, ਮੈਂ ਤਾਂ ਸਮਝਦਾ ਬੰਦੇ ਨੂੰ, ਤੇ ਨਾ ਜੇ ਹਟ ਜਾਂਦਾ ਕੋਈ ਬਹੁਤਾ ਦੁੱਖ ਮਨਾਉਣਾ ਚਾਹੀਦਾ। ਮੈਂ ਸੁਣੀ ਇੰਟਰਵਿਊ ਤੁਹਾਡੀ ਕੱਲ੍ਹ ਵਾਲੀ ਸਾਰੀ ਉਹਨਾਂ ਦੀ, ਉਹ ਬਹੁਤ ਹੀ ਜਿਵੇਂ ਕੋਈ ਰੋਂਦਾ ਬੰਦਾ ਹੁੰਦਾ ਜਾਂ ਘਬਰਾਹਟ ਦੇ ਵਿੱਚ ਹੁੰਦਾ, ਜਿਵੇਂ ਕੋਈ ਬਹੁਤ ਵੱਡੀ ਚੀਜ਼ ਖੁੱਸ ਗਈ ਹੁੰਦੀ ਹੈ। ਠੀਕ ਹੈ, ਵਜ਼ੀਰੀ ਮਾਨ ਸਤਿਕਾਰ ਵਾਲੀ ਗੱਲ ਹੈ, ਕਰਮਾਂ ਨਾਲ ਮਿਲਦੀ ਹੈ ਬੰਦੇ ਨੂੰ, ਜਿਹਨੂੰ ਮਿਲਦੀ ਹੈ। ਚਲੋ ਕੋਈ ਪਿਛਲਾ ਕੋਈ ਪੁੰਨ ਕੀਤਾ ਹੁੰਦਾ ਤਾਂ ਹੀ ਮਿਲਦੀ ਹੈ, ਚੰਗੇ ਕੰਮ ਕੀਤੇ ਹੁੰਦੇ ਆ। ਪਰ ਕੋਈ ਗੱਲ ਨਹੀਂ, ਲੋਕਾਂ ਦੀਆਂ ਚੀਜ਼ਾਂ ਨੇ, ਜੇ ਉੱਠ ਗਈ ਤਾਂ ਫਿਰ ਇੰਨਾ ਗੁੱਸਾ ਵੀ ਨਹੀਂ ਮਿਲਾਉਣਾ ਚਾਹੀਦਾ। ਕੰਮ ਕਰੀ ਚਲੋ ਪਾਰਟੀ 'ਚ, ਚੰਗੇ ਕੰਮ ਕਰਾਂਗੇ ਕੱਲ੍ਹ ਨੂੰ ਫਿਰ ਮਿਲ ਜਾਣੀ ਹੈ, ਮਾੜੇ ਕੰਮ ਕਰਾਂਗੇ ਤਾਂ ਖੋਹ ਲੈਂਦੀਆਂ ਨੇ ਪਾਰਟੀਆਂ। ਐਵੇਂ ਤਾਂ ਬਦਲਦੇ ਨਹੀਂ ਲੋਕ। ਜੇ ਕੋਈ ਨਾ ਕੋਈ ਸ਼ਿਕਾਇਤਾਂ ਹੁੰਦੀਆਂ ਨੇ ਜਾਂ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਕੋਈ ਗੱਲ ਆਉਂਦੀ ਆ ਪਾਰਟੀਆਂ ਕੋਲੇ ਮਾੜੇ ਚੰਗੇ ਕੰਮਾਂ ਦੀ, ਤਾਂ ਹੀ ਪਾਰਟੀਆਂ ਬਦਲਦੀਆਂ। ਵਜ਼ੀਰ ਨਹੀਂ ਬਾਕੀ ਕਿੰਨਿਆਂ ਨੂੰ ਬਣਾ ਹੀ ਲਿਆ, 4-5 ਨੂੰ ਬਦਲਿਆ, ਬਾਕੀਆਂ ਨੂੰ ਤਾਂ ਬਣਾ ਹੀ ਲਿਆ। ਕਹਿੰਦੇ ਨਵੇਂ ਪ੍ਰਾਹੁਣੇ ਸਾਡੇ ਸਿਰ ਤੇ ਲਿਆ ਕੇ ਬਿਠਾਤੇ ਆ, ਸ਼ੇਰੋ ਸ਼ਾਇਰੀ ਕਰਦੇ ਨੇ ਜਿਹੜੇ ਰੌਸ਼ਨ ਦਿਮਾਗ ਨੇ, ਜਿਹੜੇ ਪਰਿਵਾਰਵਾਦ ਦੇ ਵਿੱਚ ਫੈਸਲੇ ਕਰਕੇ ਆਏ ਨੇ ਪਹਿਲਾਂ। ਵੇਖੋ ਉਹਦੀ ਸਿੱਧੀ ਜਿਹੜੀ ਗੱਲ ਮੈਂ ਵੇਖ ਰਿਹਾ ਸੀ ਮਨਪ੍ਰੀਤ ਸਿੰਘ ਬਾਦਲ ਤੇ ਸੀਗੀ, ਉਹਨਾਂ ਦੀ ਜਿਹੜੀ ਗੱਲ ਸੀਗੀ। ਮਨਪ੍ਰੀਤ ਸਿੰਘ ਬਾਦਲ ਫੈਮਿਲੀ ਦੇ ਵਿੱਚੋਂ ਆਏ ਨੇ, ਠੀਕ ਹੈ ਉਹਨਾਂ ਦੀ ਗੱਲ। ਕਿ ਮੈਂ ਸਮਝਦਾ ਕਿ ਉਸ ਵੇਲੇ ਮਨਪ੍ਰੀਤ ਸਿੰਘ ਬਾਦਲ ਨੇ ਜਦੋਂ ਸੋਚਿਆ ਵੀ ਮੈਂ ਹੁਣ ਅਕਾਲੀ ਦਲ ਦੇ ਵਿੱਚ ਜੇ ਰਹੂੰਗਾ, ਉਹਨਾਂ ਦਾ ਕਈ ਬੰਦਿਆਂ ਦਾ ਨਿਸ਼ਾਨਾ ਬਣ ਜਾਂਦਾ ਹੁੰਦਾ ਚੀਫ ਮਿਨਿਸਟਰ। ਇਹ ਗੱਲ ਸੱਚੀ ਹੈ ਕਿ ਜਿਵੇਂ ਸਿੱਧੂ ਸਾਹਿਬ ਦਾ ਨਿਸ਼ਾਨਾ ਵੀ ਚੀਫ ਮਿਨਿਸਟਰੀ ਹੈ, ਮਨਪ੍ਰੀਤ ਸਿੰਘ ਬਾਦਲ ਦਾ ਨਿਸ਼ਾਨਾ ਵੀ ਚੀਫ ਮਿਨਿਸਟਰੀ ਸੀ।
ਉੱਥੇ ਇੱਕ ਘਰ 'ਚ ਦੋ ਨਹੀਂ ਸੀ ਬਣਦੇ। ਫਿਰ ਉਹਨੇ ਸੋਚਿਆ ਵੀ ਹੁਣ ਮੇਰਾ ਨਹੀਂ ਇੱਥੇ ਸੂਤ ਆਉਣਾ, ਮੈਨੂੰ ਹੁਣ ਕੋਈ ਪਾਰਟੀ ਬਦਲ ਲੈਣੀ ਚਾਹੀਦੀ ਹੈ। ਜੇ ਉਹ ਨਾ ਬਦਲਦਾ ਪਾਰਟੀ ਤੇ ਸੈਂਟਰ ਦੇ ਵਿੱਚੋਂ ਵੱਡਾ ਵਜ਼ੀਰ ਹਰਸਿਮਰਤ ਦੀ ਥਾਂ ਤੇ ਉਹ ਹੁੰਦਾ, ਮਨਪ੍ਰੀਤ ਬਾਦਲ ਹੁੰਦਾ, ਜੇ ਅਕਾਲੀ ਦਲ ਦੇ ਵਿੱਚ ਵੀ ਰਹਿੰਦਾ। ਚਲੋ ਉਹਨੂੰ ਇੱਧਰ ਠੀਕ ਲੱਗਿਆ। ਪਹਿਲਾਂ ਉਹਨਾਂ ਨੇ ਪੀਪਲ ਪਾਰਟੀ ਬਣਾ ਲਈ ਸੀ, ਉਹਨੂੰ ਨੌਜਵਾਨਾਂ ਦਾ ਘਾਰਾ ਤਾਂ ਕਾਫੀ ਮਿਲਿਆ, ਪਰ ਇਲੈਕਸ਼ਨਾਂ ਦੇ ਵਿੱਚ ਵੋਟਾਂ 'ਚ ਨਹੀਂ ਉਹ ਕਨਵਰਟ ਹੋ ਸਕੇ। ਫਿਰ ਉਹਦੇ ਕੋਲੇ ਹੋਰ ਕੋਈ ਚਾਰਾ ਹੀ ਨਹੀਂ ਸੀ ਕਾਂਗਰਸ ਪਾਰਟੀ ਦੇ ਵਿੱਚ ਜਾਣ ਤੋਂ ਇਲਾਵਾ। ਪਰ ਮੈਂ ਸਮਝਦਾ ਵੀ ਮਨਪ੍ਰੀਤ ਨੂੰ ਤਾਂ ਇੱਕੋ ਪਾਰਟੀ ਬਦਲੀ ਆ, ਉਹਨੇ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਆਇਆ। ਤੇ ਕਾਂਗਰਸ ਸਾਹਿਬ ਦੀ ਤਾਂ ਇਹ ਮੈਨੂੰ ਲੱਗਦਾ ਪੰਜਵੀਂ ਪਾਰਟੀ ਬਦਲੀ ਹੈ ਇਹਨੇ, ਪੰਜ ਇਹ ਤੋਂ ਪਹਿਲਾਂ ਪੰਜ ਪਾਰਟੀਆਂ ਬਦਲ ਹਟਿਆ। ਕੱਪੜੇ ਬਦਲਣ ਤੇ ਤਾਂ ਚਿਰ ਲੱਗਦਾ ਹੋਊਗਾ, ਮੈਨੂੰ ਲੱਗਦਾ ਕਾਂਗਰਸ ਸਾਹਿਬ ਨੂੰ ਪਾਰਟੀ ਬਦਲਣ ਤੇ ਚਿਰ ਨਹੀਂ ਲੱਗਦਾ। ਉਹ ਬੜਾ ਪਾਰਟੀ ਦੀਆਂ ਵਫਾਦਾਰੀ ਦੀਆਂ ਗੱਲਾਂ ਵਿਖਾ ਰਿਹਾ ਸੀ, ਮੈਂ ਬੜਾ ਵੱਡਾ ਵਫਾਦਾਰ ਹਾਂ ਪਾਰਟੀ ਦਾ। ਵਫਾਦਾਰੀ ਇੱਕ ਦਿਨ ਦੀ ਉਹਨੇ ਕਦੇ ਕੈਦ ਨਹੀਂ ਕੱਟੀ ਪਾਰਟੀ ਦੇ ਵਿੱਚ, ਕਦੇ ਉਹਨੇ ਕਦੇ ਦੋ ਡਾਂਗਾਂ ਨਹੀਂ ਖਾਧੀਆਂ ਪਾਰਟੀ ਦੇ ਧਰਨੇ ਮੁਜ਼ਾਹਰਿਆਂ ਦੇ ਵਿੱਚ। ਮੇਰੇ ਤੇ ਹਮਲੇ ਹੁੰਦੇ ਰਹੇ, ਮੇਰੇ ਵਿਰੋਧੀ ਹਮਲੇ ਕਰਾਉਂਦੇ ਰਹੇ ਆ, ਜ਼ਖਮੀ ਹੋਏ ਨੇ ਮੇਰੇ ਕਈ ਜਿਹੜੇ ਦੋਸਤ ਮਿੱਤਰ। ਨਹੀਂ, ਉਹ ਤਾਂ ਕਹਿੰਦਾ ਸਾਡੇ ਪਰਿਵਾਰ ਦੇ 4 ਜੀਆਂ ਦੀ ਜਾਨ ਚਲੀ ਗਈ। ਪਹਿਲੀ ਗੱਲ ਤਾਂ ਉਹਦੇ ਪਰਿਵਾਰ ਦੇ 4 ਜੀ ਦੱਸੇ ਨਾ ਲਵੇ ਵੀ ਕਿਹੜੇ ਆ, ਕੋਈ ਹੈ ਹੀ ਨਹੀਂ। ਇਹਦਾ ਪਿਓ ਸੀ, ਉਹ ਬਿਮਾਰ ਹੋ ਕੇ ਗੁਜ਼ਰਿਆ। ਚੰਗਾ ਬੰਦਾ ਸੀ, ਮੈਂ ਕੋਈ ਇਹੋ ਜਿਹੀ ਗੱਲ ਨਹੀਂ ਕਰਦਾ, ਜੇ ਮੇਰਾ ਵਿਰੋਧੀ ਹੈ ਤਾਂ ਮੈਂ ਕਹਾਂ ਮਾੜਾ ਬੰਦਾ ਸੀ। ਇਹਦਾ ਇਹ ਆ ਤੇ ਇਹਦਾ ਮੁੰਡਾ, ਹੋਰ ਤਾਂ ਇਹਨਾਂ ਦੇ ਟੱਬਰ ਦੇ ਵਿੱਚ ਜੀ ਹੈ ਨਹੀਂ ਕੋਈ। ਗੁਜ਼ਰ ਕੌਣ ਗਏ 4 ਜੀ? ਪਹਿਲੀ ਇੰਟਰਵਿਊ 'ਚ ਇਹਨੇ ਕਿਹਾ ਸਾਡੇ ਟੱਬਰ ਦੇ 4 ਜੀ ਭੇਟਾ ਚੜ੍ਹ ਗਏ, ਸਿਆਸਤ ਦੀ ਚੜ੍ਹ ਗਏ। ਟੋਟਲੀ ਝੂਠ ਹੈ। ਇੱਕ ਪਰਚਾ ਵਿਖਾ ਦੇ ਇਹਦੇ ਤੇ ਹੋਇਆ ਹੋਵੇ ਕੋਈ ਅਕਾਲੀ ਦਲ ਦੇ ਸਰਕਾਰ 'ਚ, ਜਾਂ ਇਹਦੇ ਮੁੰਡੇ ਤੇ ਹੋਇਆ ਹੋਵੇ, ਜਾਂ ਇਹਨਾਂ ਦੇ ਕਿਸੇ ਹੋਰ ਪਰਿਵਾਰ ਦੇ ਜੀ ਤੇ ਹੋਇਆ, ਇੱਕ ਪਰਚਾ ਵਿਖਾ ਦੇ। ਸੋ ਟੋਟਲ ਬੰਦੇ ਨੂੰ ਸਿਆਸਤ ਦੇ ਵਿੱਚ ਆ ਕੇ ਜਦੋਂ ਇੰਨੀਆਂ ਬੁਲੰਦੀਆਂ ਤੇ ਅਸੀਂ ਚਲੇ ਜਾਈਏ, ਇੰਨੀ ਨੀਵੀਂ ਪੱਧਰ ਤੇ ਨਹੀਂ ਜਾਣਾ ਚਾਹੀਦਾ, ਇੰਨੇ ਝੂਠ ਨਹੀਂ ਬੋਲਣੇ ਚਾਹੀਦੇ। ਪਰ ਮੈਨੂੰ ਲੱਗਦਾ ਵੀ ਜੇ ਕਿਤੇ ਝੂਠਾਂ ਦਾ ਮੁਕਾਬਲਾ ਦੁਨੀਆ ਦੇ ਵਿੱਚ ਹੋਵੇ, ਜਾਂ ਇੰਡੀਆ 'ਚ ਹੋਵੇ ਜਾਂ ਬਾਹਰ, ਇਹ ਸਾਡਾ ਬੰਦਾ ਵਜ਼ੀਰ ਸਾਹਿਬ, ਸਾਡੇ ਸਾਬਕਾ ਕਾਂਗਰਸ ਸਾਹਿਬ, ਇਹ ਫਸਟ ਆ ਸਕਦੇ, ਉੱਥੋਂ ਵੱਡਾ ਨਾਮ ਇਹ ਲੈ ਕੇ ਆ ਸਕਦਾ, ਜਿੰਨੇ ਇਹ ਝੂਠ ਬੋਲਦੇ ਆ। ਕਿਤੇ ਵੀ ਨਹੀਂ। ਪਹਿਲਾਂ ਇਹ ਕਾਮਰੇਡ ਹੁੰਦੇ ਸੀਗੇ, ਇਹਦਾ ਬਾਪ ਕਾਮਰੇਡ ਸੀਗਾ, ਚੰਗਾ ਤਕੜਾ ਸੀਗਾ। ਸ਼ਰਾਬ ਦੇ ਠੇਕਿਆਂ ਦਾ ਇਹਨਾਂ ਦਾ ਕਾਰੋਬਾਰ ਸੀਗਾ। ਫਿਰ 1980 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਦੀ ਸਰਕਾਰ ਆ ਗਈ। ਉੱਥੇ ਸਿੱਧੂ ਸਾਹਿਬ ਸਾਡੇ ਸਾਬਕਾ ਉੱਥੇ ਚੇਅਰਮੈਨ, ਵੋਟਾਂ 'ਚ ਹਾਰ ਗਏ ਸੀਗੇ, ਉਹ ਐਸਐਸ ਬੋਰਡ ਦੇ ਚੇਅਰਮੈਨ ਬਣ ਗਏ ਸੀਗੇ। ਫਿਰ ਇਹ ਠੇਕੇ ਚਲਾਉਣ ਦੇ ਬਾਰੇ ਸਿੱਧੂ ਸਾਹਿਬ ਨਾਲ ਰਲ ਗਏ ਇਹ ਜੀ। ਫਿਰ 85 'ਚ ਬਰਨਾਲਾ ਗੌਰਮੈਂਟ ਆ ਗਈ, ਫਿਰ ਉਧਰ ਚਲੇ ਗਏ ਇਹ, ਬਰਨਾਲਾ ਗੌਰਮੈਂਟ ਦੇ ਨੇੜੇ ਹੋ ਗਏ। ਫਿਰ ਇਹ ਮਾਨ ਦਲ ਦੀ ਚੜ੍ਹਾਈ ਹੋਈ ਤਾਂ ਮਾਨ ਦਲ ਦੇ ਨੇੜੇ ਹੋ ਗਏ। ਫਿਰ ਇਹ 94 'ਚ ਸਾਡੇ 'ਚ ਆ ਗਏ, ਅਕਾਲੀ ਦਲ 'ਚ ਆ ਗਏ। ਅਕਾਲੀ ਦਲ ਦੀ ਇਹਨੂੰ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦਿੱਤੀ ਆਪਣੇ ਹਲਕੇ ਦੇ ਵਿੱਚ, ਉਦੋਂ ਵੀ ਸਰਦਾਰ ਹਰਬੰਸ ਸਿੰਘ ਸਿੱਧੂ ਮਿਨਿਸਟਰ ਸੀਗੇ। ਇਹ ਖੜਾ ਹੋ ਕੇ ਸਾਡੇ ਨਾਲ ਕਾਗਜ਼ ਭਰਨ ਵਾਲੇ ਦਿਨ ਮੁੱਕਰ ਗਿਆ, ਕਹਿੰਦਾ ਮੈਂ ਨਹੀਂ ਭਰਦਾ, ਡਰ ਗਿਆ ਸਿੱਧੂ ਸਾਹਿਬ ਤੋਂ ਵੀ ਮੈਨੂੰ ਐਂ ਕਰ, ਮੈਨੂੰ ਅੰਦਰ ਕਰਾ ਦੂਗਾ। ਮਸਾਂ ਅਸੀਂ ਲਾਸਟ 2 ਘੰਟੇ ਪਹਿਲਾਂ ਜਾ ਕੇ ਇਹਦੇ ਕਾਗਜ਼ ਭਰਾਏ। ਫਿਰ ਜਦੋਂ ਇਹਨੂੰ ਬੋਲਣ ਨੂੰ ਕਿਹਾ ਕਰਕੇ ਤੂੰ ਬੋਲ ਲੈ, ਇਹਨੂੰ ਬੋਲਣਾ ਨਹੀਂ ਸੀ ਆਉਂਦਾ। ਫਿਰ ਮੁੰਡੇ ਨੂੰ ਥੋੜ੍ਹਾ ਜਿਹਾ ਪਊਗਾ ਕਿ ਸ਼ਰਾਬ ਦਾ ਪਿਆ ਕਰਨ, ਤੇ ਫਿਰ ਇਹ ਭਾਸ਼ਣ ਦਿਆ ਕਰੇ, ਲੱਤਾਂ ਕੰਬਣ ਲੱਗ ਜਾਇਆ ਕਰਨ, ਇਹਦੇ ਭਾਸ਼ਣ ਨਾ ਦਿਆ ਕਰੇ। ਫਿਰ ਇਹ ਜ਼ਿਲ੍ਹਾ ਪ੍ਰੀਸ਼ਦ ਜਿੱਤ ਗਿਆ, ਫਿਰ ਪੈਰ ਛੱਡ ਗਿਆ, ਫਿਰ ਅਕਾਲੀ ਦਲ 'ਚ ਰਿਹਾ। 2002 'ਚ ਬਾਗੀ ਹੋ ਗਿਆ ਅਕਾਲੀ ਦਲ ਤੋਂ ਚੋਣਾਂ ਦੇ ਵਿੱਚ, ਬਾਗੀ ਹੋ ਕੇ ਆਜ਼ਾਦ ਉਮੀਦਵਾਰ ਬਣ ਗਿਆ। ਆਜ਼ਾਦ ਉਮੀਦਵਾਰ ਜਿੱਤ ਕੇ ਪਹਿਲਾਂ ਕਾਂਗਰਸ 'ਚ ਰਲ ਗਿਆ, ਥੋੜ੍ਹੇ ਚਿਰ ਬਾਅਦ ਫਿਰ ਅਕਾਲੀ ਦਲ 'ਚ ਰਲ ਗਿਆ। ਫਿਰ ਜਦੋਂ ਟਿਕਟ ਦਾ ਇੱਧਰ ਇਹਨੂੰ ਪਤਾ ਲੱਗ ਗਿਆ ਨਹੀਂ ਮਿਲਦੀ, ਫਿਰ 2007 'ਚ ਕਾਂਗਰਸ ਚਲਾ ਗਿਆ। ਸੋ 20 ਸਾਲ ਰਾਜੇ ਨੇ ਕਦੋਂ ਰਹਿ ਗਿਆ, ਰਲਿਆ ਤਾਂ 2007 ਦੇ ਵਿੱਚ। 7 ਤੇ 14 21, 14 ਸਾਲ ਤਾਂ ਹੋ ਗਏ, 20 ਉਹਦੇ 'ਚ ਵੀ ਝੂਠ ਬੋਲੀ ਜਾਂਦਾ। ਸੋ ਮੇਰਾ ਮਤਲਬ ਹਰ ਗੱਲ ਝੂਠ ਬੋਲਣੀ ਨਹੀਂ ਚਾਹੀਦੀ, ਜੋ ਸੱਚਾਈ ਹੈ ਉਹ ਸੱਚਾਈ ਕਰਨੀ ਚਾਹੀਦੀ। ਜੇ ਤੂੰ ਦੂਜਿਆਂ ਤੇ ਦੋਸ਼ ਲਾਉਣਾ ਵੀ ਮਨਪ੍ਰੀਤ ਨੇ ਇੱਕ ਪਾਰਟੀ ਬਦਲਤੀ, ਤੇ ਤੂੰ ਤਾਂ 5 ਬਦਲੀਆਂ ਨੇ, ਤੁਹਾਡੇ ਪਰਿਵਾਰ ਨੇ ਤਾਂ, ਤੁਸੀਂ ਤਾਂ ਹਰ ਮੌਕੇ ਵੇਲੇ ਮੌਕਾ ਸ਼ਨਾਖਸ਼ੀ ਕੀਤੀ ਹੈ, ਤੁਸੀਂ ਤਾਂ ਵਫਾਦਾਰ, ਮੈਂ ਤਾਂ ਕਹਿੰਦਾ ਵਫਾਦਾਰ ਸਿਪਾਹੀ ਹੈ। ਪਹਿਲਾਂ ਮਾਸਟਰ ਬਾਬੂ ਸਿਉਂ ਤੇਰਾ ਪਿਓ ਹੁੰਦਾ ਸੀ, ਫਿਰ ਬਾਦਲ ਸਾਹਿਬ ਪਿਓ ਬਣਾ ਲਏ, ਸਿੱਧੂ ਸਾਹਿਬ ਬਣਾ ਲਏ, ਫਿਰ ਹਰਬੰਸ ਸਿੰਘ ਸਿੱਧੂ ਬਣਾ ਲਏ, ਫਿਰ ਬਾਦਲ ਸਾਹਿਬ ਬਣਾ ਲਏ, ਫਿਰ ਕੈਪਟਨ ਅਮਰਿੰਦਰ ਸਿੰਘ ਬਣਾ ਲਏ, ਹੁਣ ਕਹਿੰਦਾ ਨਵਜੋਤ ਸਿੰਘ ਸਿੱਧੂ ਮੇਰੇ ਬਾਪ ਵਰਗਾ। ਸੋ ਪਤਾ ਨਹੀਂ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਆ ਵੀ ਪਾਰਟੀਆਂ ਦੇ ਵਿੱਚ, ਪਾਰਟੀ ਦੇ ਅਸੀਂ ਵਰਕਰ ਆ, ਉਹ ਸਾਡੇ ਲੀਡਰ ਨੇ। ਜਿਹੜਾ ਪਾਰਟੀ ਦਾ ਪ੍ਰਧਾਨ ਹੁੰਦਾ ਉਹ ਸਾਡਾ ਲੀਡਰ ਹੁੰਦਾ। ਪਰ ਗੁੱਸੇ ਗਿਲੇ ਤਾਂ ਚਲੋ ਹੋ ਜਾਂਦੇ ਆ ਹਰ ਇੱਕ ਨੂੰ, ਜਦੋਂ ਸਾਬਕਾ ਲੱਗ ਜਾਂਦਾ ਹੈ। ਤੁਹਾਨੂੰ ਵੀ ਗੁੱਸੇ ਗਿਲੇ ਹੋਏ ਸੀ ਜਦੋਂ ਮੌੜ ਤੋਂ ਟਿਕਟ ਨਹੀਂ ਮਿਲਦੀ, ਤੁਸੀਂ ਵੀ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਹੋ, ਨਾਰਾਜ਼ਗੀ ਨਹੀਂ ਸੀ? ਨਹੀਂ, ਮੌੜ ਤੇ ਜਿਹੜੀ ਟਿਕਟ ਵਾਲੀ ਗੱਲ ਸੀ ਨਾ, ਮੈਂ ਇਹ ਨਹੀਂ ਸੀ ਕੀਤਾ। ਮੇਰਾ ਕੁਛ ਉਸ ਵੇਲੇ ਇਹ ਨਹੀਂ ਸੀ, ਮੈਨੂੰ ਖੁਦ ਮੌੜ ਤੇ ਭੇਜਿਆ ਗਿਆ ਸੀ ਆਪ। ਖੁਦ ਮੈਨੂੰ ਜਰਮੇਜਾ ਸਿੱਖੋਂ 2 ਮੀਟਿੰਗਾਂ ਕਰਾ ਕੇ, ਜਿਹੜੇ ਪਹਿਲੇ ਕੈਂਡੀਡੇਟ ਸੀ ਉੱਥੇ, ਉਹ ਲੋਕਾਂ 'ਚ ਕਹਿ ਕੇ ਆਏ ਵੀ ਅੱਜ ਤੋਂ ਬਾਅਦ ਇਹ ਲੜਨਗੇ ਇੱਥੇ ਚੋਣ। ਮੈਂ ਇਹਨਾਂ ਦੀ ਬਾਂਹ ਫੜਾ ਚੱਲਿਆ, ਮੇਰੇ ਨਾਲ ਵੀ ਤਕੜੇ ਨੇ। ਪ੍ਰਧਾਨ ਜੀ ਨੇ ਮੈਨੂੰ ਆਪ ਸੱਦ ਕੇ ਬਾਦਲ ਭੇਜਿਆ ਸੀ। ਮੇਰਾ ਗਿਲਾ ਇੱਕ ਸੀ ਕਿ ਐਰਕੀ ਜਿਹੜਾ ਵੇਖੋ ਸਾਰਾ ਜਿਹੜਾ ਚੱਲ ਰਹੇ ਨੇ ਹਾਲਾਤ, ਅਕਾਲੀ ਦਲ ਦੀ ਇਸ ਵੇਲੇ ਪੋਜੀਸ਼ਨ ਦੂਜਿਆਂ ਨਾਲੋਂ ਚੰਗੀ ਹੈ, ਪਰ ਮੈਂ ਕਹਿੰਦਾ ਹਲੇ ਵੀ ਸਾਨੂੰ ਹੋਰ ਬਹੁਤ ਜ਼ੋਰ ਲਾਉਣਾ ਚਾਹੀਦਾ। ਅਸੀਂ ਚਾਹੁੰਦੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣੇ। ਮੈਂ ਉਹਨਾਂ ਨੂੰ ਕਿਹਾ ਸੀ ਕਿ ਐਰਕੀ ਇਹ ਛੱਡ ਦਿਓ ਗੱਲ ਕਿ ਉਹਨੂੰ ਟਿਕਟ ਦੇਣੀ ਆ, ਉਹਨੂੰ ਦੇਣੀ ਆ, ਮੇਰੇ ਨੇੜੇ ਵਾਲਾ, ਮੇਰੀ ਲਿਹਾਜ਼ ਵਾਲਾ, ਫਲਾਨਾ। ਮੈਂ ਕਿਹਾ ਅਸੀਂ 2 ਸੀਟਾਂ ਤੇ ਕੰਮ ਕਰਦੇ ਹਾਂ, ਤੁਸੀਂ ਆਪ ਲਾਇਆ ਸਾਨੂੰ। ਜੇ ਅਸੀਂ ਦੋਨੇ ਜਿੱਤਦੇ ਹਾਂ ਸਾਨੂੰ 2 ਦੇ ਦਿਓ, ਜੇ ਅਸੀਂ 1 ਜਿੱਤਦੇ ਹਾਂ ਸਾਨੂੰ 1 ਦੇ ਦਿਓ, ਜੇ ਅਸੀਂ 1 ਵੀ ਨਹੀਂ ਜਿੱਤਦੇ ਸਾਨੂੰ ਕੋਈ ਵੀ ਨਾ ਦਿਓ, ਅਸੀਂ ਆਰਾਮ ਨਾਲ ਘਰੇ ਬੈਠਾਂਗੇ, ਜਿਹਦੀ ਤੁਸੀਂ ਕਹੋਗੇ ਅਸੀਂ ਮਦਦ ਕਰਾਂਗੇ। ਐਰਕੀ ਤੁਸੀਂ ਇਹ ਏਜੰਡਾ ਲੈ ਕੇ ਚੱਲ ਪਓ, ਐਂ ਨਾ ਕਰੀਏ ਕਿ ਆਪਾਂ ਉਹਨੂੰ ਵੀ ਸੈੱਟ ਕਰਨਾ, ਉਹਨੂੰ ਫਿਰ ਸਰਕਾਰ ਨਹੀਂ ਬਣਨੀ। ਮੈਂ ਬਾਕੀ ਸਾਰੇ ਪੰਜਾਬ 'ਚ ਵੀ ਕਿਹਾ ਸੀਗਾ ਕਿ ਜਦ ਤੱਕ ਇੱਕ ਫਾਰਮੂਲਾ ਅਪਣਾ ਲਓ
ਕਿ ਇੱਕ ਟੱਬਰ 'ਚ ਇੱਕ ਤੋਂ ਵੱਧ ਦੇਣੀ ਨਹੀਂ, ਜੋ ਮਰਜ਼ੀ ਹੋ ਜੇ। ਇੱਕ ਫਾਰਮੂਲਾ ਬਣਾ ਲਓ, ਮੈਂ ਮਤਾ ਪੇਸ਼ ਕਰਦਾ ਕੋਰ ਕਮੇਟੀ ਦੇ ਵਿੱਚ, ਬਣਾ ਲਓ, ਚੰਗੀ ਗੱਲ ਆ, ਫਿਰ ਕੋਈ ਮੰਗੂਗਾ ਹੀ ਨਹੀਂ, ਕਿਉਂ ਜੀ? ਤੇ ਜਾਂ ਫਿਰ ਜਿਹੜੇ ਜਿੱਤਣ ਵਾਲੇ ਉਹਨਾਂ ਨੂੰ ਦੇ ਦਿਓ, ਭਾਵੇਂ ਦੋ, ਇੱਕ ਟੱਬਰ 'ਚ ਦੋ ਜਾਂਦੀਆਂ ਜਾਣ ਦਿਓ। ਕਿ ਸਰਕਾਰ ਬਣਾਉਣੀ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਹੈ। ਮੇਰਾ ਇਹ ਸੀ, ਉਹਨਾਂ ਨੇ ਬਿਨਾਂ ਪੁੱਛੋ ਟਿਕਟ ਉੱਥੇ ਅਨਾਉਂਸ ਕਰਤੀ ਮੇਰੀ ਰਾਮਪੁਰਾ ਫੂਲ ਦੇ ਉੱਤੇ, ਕਿਉਂ ਮੈਂ ਰਾਮਪੁਰਾ ਫੂਲ ਮੈਂ ਛੱਡ ਚੁੱਕਿਆ ਸੀ। ਮੈਨੂੰ ਇੰਨਾ ਗਿਲਾ ਸੀ, ਮੈਨੂੰ ਪੁੱਛ ਲੈਂਦੇ, ਹੋਰ ਨਹੀਂ ਸੀ ਕੋਈ। ਮੁੜ ਕੇ ਜਦੋਂ ਗੱਲ ਬੈਠ ਕੇ ਹੋ ਗਈ ਤੇ ਮੈਂ ਫੇਰ ਕਿਹੜਾ ਆਪਾਂ ਕੋਈ ਉੱਥੇ, ਜਿਵੇਂ ਕਿਹਾ ਪਾਰਟੀ ਨੇ 45-46 ਸਾਲ ਹੋ ਗਏ, ਉਹ ਤਾਂ 20 ਸਾਲਾਂ 'ਚ ਹੀ ਰੋਸੇ ਵਿਖਾਈ ਜਾਂਦਾ, 14 ਸਾਲ ਹੀ ਹੋਇਆ ਹਾਲੇ, ਤੇ ਮੈਨੂੰ ਤੇ 46 ਸਾਲ ਹੋ ਗਏ ਬਾਦਲ ਫੈਮਿਲੀ ਨਾਲ। ਬੜੇ ਉਤਰਾਅ ਚੜ੍ਹਾਅ ਵੇਖਿਆ, ਬੜੇ ਮਾੜੇ ਵੇਲੇ ਵੇਖਿਆ। ਬਰਨਾਲਾ ਸਰਕਾਰ ਵੇਲੇ ਵੀ ਵੱਡੀਆਂ ਵੱਡੀਆਂ ਚੇਅਰਮੈਨੀਆਂ ਦੇ ਹਟੇ, ਮਾਨ ਸਾਹਿਬ ਬੜਾ ਜ਼ੋਰ ਲਾ ਹਟੇ, ਸਾਡੀ ਪਾਰਟੀ 'ਚ ਆ ਕੇ ਕੁਛ ਲੈ ਲਓ। ਸੋ ਕਦੇ ਵੀ ਨਹੀਂ, ਜਿੱਥੇ ਖੜੇ ਰਹੇ। ਔਖੇ ਵੇਲੇ ਬਹੁਤ ਆਏ, ਬੜੀਆਂ ਗੋਲੀਆਂ ਚੱਲਦੀਆਂ 'ਚ। ਤਲਵੰਡੀ ਸਾਬੋ 1 ਮਹੀਨਾ ਅਸੀਂ ਸਟੇਜ ਸਾਂਭ ਕੇ ਰੱਖੀ। ਮਾਨ ਸਾਹਿਬ ਦੀ ਪਾਰਟੀ ਉਸ ਵੇਲੇ ਬੜੀ ਚੜ੍ਹਾਈ 'ਚ ਸੀਗੀ, ਉਹ ਕਹਿੰਦੇ ਅਸੀਂ ਧੱਕੇ ਨਾਲ ਸਟੇਜ ਖੋਵਾਂਗੇ। 1 ਮਹੀਨਾ ਵਰਦੀਆਂ ਗੋਲੀਆਂ ਸਟੇਜ ਤੇ ਅਸੀਂ ਕਬਜ਼ਾ ਕਰਕੇ ਰੱਖਿਆ, ਨਹੀਂ ਵੜਨ ਦਿੱਤਾ ਕਿਸੇ ਨੂੰ। ਸੋ ਹੋਰ ਬੜੇ ਦੁੱਖ ਤਕਲੀਫਾਂ ਵਾਲੇ ਵੇਲੇ ਆਏ, ਜਦੋਂ ਵੀ ਆਏ ਉਦੋਂ ਮੂਹਰੇ ਹੋ ਕੇ ਲੜੇ ਆ ਪਾਰਟੀ ਦੀ ਖਾਤਰ, ਕਦੇ ਪਿੱਠ ਨਹੀਂ ਦਿਖਾਈ, ਨਾ ਪਾਰਟੀ ਤੋਂ ਕਦੇ ਅੱਜ ਤਾਈਂ ਕਦੇ ਕੁਝ ਮੰਗਿਆ। ਇਹ ਮੋੜ ਵਾਲੀ ਕੰਟਰੋਵਰਸੀ ਬਸ ਥੋੜੀ ਜੀ ਪ੍ਰਧਾਨ ਸਾਹਿਬ ਦੀ ਮੇਰੀ ਸਮਝ ਕਾਹਲੀ ਕਰਕੇ ਸਾਨੂੰ ਉਹਨਾਂ ਕਿ ਜਿਹੜੀ ਹੋਈ, ਜ਼ਰੂਰ ਹੋਈ, ਮੈਂ ਨਹੀਂ ਕਹਿੰਦਾ ਮੇਰੇ ਮਨ 'ਚ ਸੀਗਾ। ਵਿਰੋਧੀ ਕਹਿੰਦੇ ਆ ਕਿ ਅਕਾਲੀ ਦਲ ਬਾਦਲ ਦੇ ਵਿੱਚ ਤਾਂ ਪਰਿਵਾਰਵਾਦ ਜਿਹੜਾ ਭਾਰੂ ਆ, ਟਿਕਟਾਂ ਪਿੱਛੇ ਰੌਲੇ ਪੈ ਜਾਂਦੇ ਆ। ਸਿਕੰਦਰ ਸਿੰਘ ਮਲੂਕਾ ਰੁੱਸ ਗਏ ਕਿ ਹਰਿੰਦਰਪਾਲ ਚੰਦੂ ਮਾਜਰਾ ਵੀ ਐਮਐਲਏ ਬਣ ਗਏ ਸੀਗੇ, ਬਾਕੀਆਂ ਦੇ ਲੜਕਿਆਂ ਨੂੰ ਵੀ ਟਿਕਟਾਂ ਨਾ ਨਵਾਜਿਆ, ਐਤਕੀ ਮੇਰੇ ਲੜਕੇ ਨੂੰ ਵੀ ਨਵਾਜੋ। ਨਹੀਂ, ਮੈਂ ਤਾਂ ਵੇਖੋ ਹੁਣ ਵੀ ਕਹਿਣਾ, ਪਹਿਲਾਂ ਵੀ ਕਹਿੰਦਾ ਸੀ, ਮੈਂ ਪਹਿਲਾਂ ਵੀ ਕਿਹਾ ਕਿ ਇੱਕ ਪਾਲਿਸੀ ਬਣਾ ਲਈਏ ਪਾਰਟੀ, ਜਾਂ ਤਾਂ ਜਿੱਤਣ ਵਾਲੀ ਪਾਲਿਸੀ ਬਣਾ ਲਈਏ ਵੀ ਜਿਹੜੇ ਜਿੱਤਦੇ ਉਹਨੂੰ ਦੇ ਦਈਏ, ਜਾਂ ਤਾਂ ਇਹ ਪਾਲਿਸੀ ਬਣਾ ਲਈਏ, ਜਾਂ ਬਣਾ ਲਈਏ ਪਰਿਵਾਰ ਨੂੰ ਇੱਕ ਹੀ ਦੇਣੀ ਹੈ। ਫਿਰ ਕੋਈ ਗਿਲਾ ਹੀ ਨਹੀਂ ਕਰਦਾ, ਨਾ ਕੋਈ ਮੰਗਦਾ। ਗਿਲਾ ਸੀ ਵੈਸੇ ਨਹੀਂ, ਮੈਨੂੰ ਗਿਲਾ ਇਸ ਗੱਲ, ਗਿਲਾ ਨਹੀਂ ਕਰਦਾ, ਫਿਰ ਗਿਲਾ ਸੀ ਇਹਦਾ ਮਤਲਬ ਤੁਸੀਂ ਗੱਲ ਨਹੀਂ ਸਮਝੇ। ਗਿਲਾ ਮੇਰਾ ਟਿਕਟ ਅਨਾਉਂਸ ਦਾ ਮੈਥੋਂ ਬਿਨਾਂ ਪੁੱਛੇ ਕਰਨ ਤੇ ਸੀ, ਉਹ ਨਹੀਂ ਸੀ। ਟਿਕਟ ਨਾ ਦੇਣ, ਹੁਣ ਵੀ ਦੂਜੀ ਨਾ ਦੇਣ, ਤੁਸੀਂ ਵੇਖ ਲਓ, ਇਹ ਵੀ ਤਜਰਬਾ ਕਰਕੇ ਵੇਖ ਲੈਣ। ਰਾਮਪੁਰਾ ਫੂਲ ਤੇ ਵੀ ਨਾ ਦੇਣ, ਕਿਤੇ ਨਹੀਂ ਜਾਂਦੇ, ਪਾਰਟੀ ਦੇ ਵਿੱਚ ਹੀ ਬੈਠਾਂਗੇ, ਪਾਰਟੀ ਦੀ ਸੇਵਾ ਕਰਾਂਗੇ ਜਿੱਥੇ ਡਿਊਟੀ ਲਾਉਣਗੇ। ਜੇ ਅਸੀਂ ਰਾਮਪੁਰਾ ਜਿੱਤਦੇ ਹਾਂ ਠੀਕ ਹੈ, ਨਹੀਂ ਜਿੱਦੇ ਸਾਨੂੰ ਸਟੱਡੀ ਕਰਾ ਲੈਣ ਤੇ ਕੋਈ ਹੋਰ ਬੰਦਾ ਸਾਥੋਂ ਕਾਬਲ ਉਹਨੂੰ ਦੇ ਦੇਣ, ਸਾਨੂੰ ਕੋਈ ਫਰਕ ਨਹੀਂ। ਮੇਰਾ ਮਤਲਬ ਪਾਰਟੀ ਕੋਈ ਅਸੂਲ ਬਣਾ ਲੇ, ਇਹ ਨਾ ਵੀ ਇੱਕ ਤੇ ਆਹ ਵਰਤ ਲਓ, ਦੂਜੇ ਤੇ ਉਹ ਵਰਤ ਲਓ, ਤੀਜੇ ਤੇ ਉਹ ਵਰਤ ਲਓ, ਇਹ ਨਹੀਂ ਚੰਗਾ ਹੁੰਦਾ। ਇੱਕ ਸਿਸਟਮ ਬਣਾ ਲਓ, ਫਿਰ ਕੋਈ ਮੰਗ ਹੀ ਨਹੀਂ ਕਰਦਾ। ਮੈਂ ਤਾਂ ਸਮਝਦਾ ਫਿਰ ਜਦੋਂ ਆਪਾਂ ਕੋਈ ਅਸੂਲ ਬਣਾ ਲਾਂਗੇ, ਸਿਸਟਮ ਬਣਾ ਲਾਂਗੇ ਪਾਰਟੀ 'ਚ, ਫਿਰ ਦੂਜੇ ਦੀ ਜ਼ਰੂਰਤ ਹੀ ਨਹੀਂ ਪੈਂਦੀ ਮੰਗਣ ਦੀ। ਵੀ ਜਦੋਂ ਸਿਸਟਮ ਚੱਲ ਰਿਹਾ, ਆਪਾਂ ਉਹ ਤੋਂ ਜਾਂ ਮੈਂ ਪਾਸੇ ਹਟਾਂ, ਮੇਰਾ ਬੇਟਾ ਆ ਜਾਊਗਾ, ਇੱਕ ਆਊਗਾ ਜਿਹੜਾ ਮਰਜ਼ੀ ਆ ਜਾਏ, ਫਿਰ ਆਪੇ ਚੱਲ ਪਊਗੀ ਗੱਲ। ਕਿਹਾ ਜਾਂਦਾ ਜਿਹੜੀ ਬਠਿੰਡੇ ਦੀ ਰਾਜਨੀਤੀ ਹੈ, ਉਹ ਸਟੇਟ ਦੀ ਰਾਜਨੀਤੀ ਨੂੰ ਬਦਲਦੀ ਹੈ, ਸਟੇਟ ਦੀ ਰਾਜਨੀਤੀ ਤੇ ਪ੍ਰਭਾਵ ਪਾਉਂਦੀ ਹੈ। ਪਿਛਲੇ ਦਿਨੀ ਰਾਮੂਵਾਲੀਆ ਸਾਹਿਬ ਜੋ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਜਾਂਦੇ ਨੇ, ਕਹਿੰਦੇ ਨੇ ਰਾਜਾ ਵੜਿੰਗ ਬਹੁਤ ਵਧੀਆ ਕੰਮ ਕਰ ਰਿਹਾ। ਨਹੀਂ, ਵੇਖੋ, ਨੌਜਵਾਨ ਆ, ਉਹਦੇ ਵਿੱਚ ਜੋਸ਼ ਹੈ, ਜੋਸ਼ ਦੇ ਨਾਲ ਹੋਸ਼ ਦੀ ਵੀ ਲੋੜ ਹੁੰਦੀ ਹੈ। ਜਿਹੜਾ ਮਿਨਿਸਟਰ ਬਣ ਜਾਂਦਾ ਨਾ ਬੰਦਾ ਘੇਰਾ, ਮਿਨਿਸਟਰ ਨੂੰ ਫਿਰ ਇਹ ਲੱਗਣਾ ਚਾਹੀਦਾ ਕਿ ਮਿਨਿਸਟਰ ਠੀਕ ਕੰਮ ਕਰ ਰਿਹਾ ਲੋਕਾਂ ਨੂੰ, ਕਿਉਂਕਿ ਮਿਨਿਸਟਰ ਸਾਰਿਆਂ ਦਾ ਹੁੰਦਾ, ਇਕੱਲਾ ਇੱਕ ਕਾਂਗਰਸ ਦਾ ਨਹੀਂ ਮਿਨਿਸਟਰ ਹੋਇਆ। ਅੱਜ ਮਿਨਿਸਟਰ ਸਾਰੇ ਲੋਕਾਂ ਦਾ, ਭਾਵੇਂ ਕਿਸੇ ਨੇ ਉਹਨੂੰ ਵੋਟ ਪਾਈ ਆ, ਭਾਵੇਂ ਨਹੀਂ ਪਾਈ, ਭਾਵੇਂ ਅਕਾਲੀ ਆ, ਭਾਵੇਂ ਆਪ ਵਾਲਿਆ, ਭਾਵੇਂ ਕੋਈ ਹੋਰ ਲੋਕ ਹੈ, ਉਹ ਮਿਨਿਸਟਰ ਸਾਰਿਆਂ ਦਾ। ਉਹਨੂੰ ਟਰਾਂਸਪੋਰਟ ਦੇ ਉੱਤੇ ਬੱਸਾਂ ਕਰਨ ਦੇ ਇੱਕ ਡਰਾਮਾ ਲੱਗਿਆ ਅੰਦਰ ਕਰਨ ਦਾ, ਅਸੀਂ ਕਹਿੰਦੇ ਜ਼ਰੂਰ ਕਰੇ, ਕਿਸੇ ਨੂੰ ਕੋਈ ਗਿਲਾ ਨਹੀਂ ਹੈਗਾ ਜੇ ਕੋਈ ਗਲਤ ਨਾ ਚਲਾਵੇ। ਬਸ ਕੋਈ ਬੱਸਾਂ ਦਾ ਰੌਲਾ ਕਿਹਦਾ ਹੈ, ਝੂਠ ਬੋਲਦਾ ਉਹ ਬਹੁਤੀਆਂ ਗੱਲਾਂ। ਇੱਕ ਪਰਮਿਟ ਤੇ ਦੋ ਚੱਲਦੀਆਂ, ਕਿਸੇ ਪਰਮਿਟ ਤੇ ਦੋ ਨਹੀਂ ਚੱਲਦੀਆਂ। ਮੇਰਾ ਚੈਲੰਜ ਹੈ ਕੋਈ ਦਿਖਾਵੇ ਕਿਹੜੇ ਪਰਮਿਟ ਤੇ ਦੋ ਚੱਲਦੀਆਂ। ਰੌਲਾ ਟੈਕਸ ਭਰਨ ਦਾ, ਟੈਕਸ ਪਾਉਂਡ ਕੀਤੀਆਂ ਨੇ, ਸੁਣ ਲਓ ਨਾ, ਟੈਕਸ ਪੰਜਾਬ 'ਚ ਕਿਸੇ ਬੱਸ ਨੇ ਨਹੀਂ ਭਰਿਆ। ਮੈਂ ਕਹਿੰਦਾ ਨਾ ਕਿਸੇ ਅਕਾਲੀ ਦੀ ਬੱਸ ਨੇ ਭਰਿਆ, ਨਾ ਕਿਸੇ ਕਾਂਗਰਸੀਆਂ ਦੀ ਬੱਸ ਨੇ ਭਰਿਆ, ਨਾ ਜਿਹੜੇ ਨਿਊਟਰਲ ਹੈ ਕਿਸੇ ਨੇ ਉਹਨਾਂ ਨੇ ਭਰਿਆ। ਚਾਹੀਦਾ ਤੇ ਅਸੀਂ ਫਿਰ ਜਿਨ੍ਹਾਂ ਨੇ ਟੈਕਸ ਨਹੀਂ ਭਰਿਆ, ਜਿਹੜੀ ਮੂਹਰੇ ਆਉਂਦੀ ਸੀ ਸਭ ਨੂੰ ਤੁੰਨ ਦਿੰਦੇ ਅੰਦਰ, ਫਿਰ ਬਣਦੀ ਸੀ ਮੈਟ ਤੇ ਮਰਦਾਂ ਵਾਲੀ ਗੱਲ। ਹੁਣ ਅਕਾਲੀਆਂ ਦੇ ਵੀ 3 ਬੰਦਿਆਂ ਦੀਆਂ ਬੱਸਾਂ ਇਹਨੇ ਅੰਦਰ ਕੀਤੀਆਂ, ਤੁਸੀਂ ਨਿਗਾਹ ਮਾਰ ਲਓ। ਸੁਖਬੀਰ ਸਿੰਘ ਬਾਦਲ ਦੀਆਂ, ਇੱਕ ਜਿਹੜਾ ਵਿਰੋਧੀ ਹੈ ਜਿਹੜਾ ਗਿੱਦੜਵੇ ਡਿੰਪੀ ਢਿੱਲੋਂ, ਇੱਕ ਜੁਝਾਰ ਕੰਪਨੀ ਦੇ ਲੁਧਿਆਣੇ, ਤਿੰਨਾਂ ਤੋਂ ਬਿਨਾਂ ਹੋਰ ਤਾਂ ਕੋਈ ਅੰਦਰ ਕੀਤੀ ਨਹੀਂ ਗਈ। ਤੇ ਮੇਰਾ ਚੈਲੰਜ ਹੈ ਕਿ ਡਿੰਪੇ ਦੀਆਂ 50 ਬੱਸਾਂ ਨੇ ਗਿੱਦੜ ਉੱਥੋਂ ਆਪਣੇ ਅੰਮ੍ਰਿਤਸਰ ਵਾਲੇ ਦੀਆਂ, ਉਹਦਾ ਵੀ ਟੈਕਸ ਇੱਕ ਵੀ ਨਹੀਂ ਭਰਿਆ। ਹੈਨਰੀ ਦੀ 100 ਬੱਸ ਆ ਜਲੰਧਰ ਵਾਲੇ ਦੀ, ਉਹਨੇ ਵੀ ਕੋਈ ਟੈਕਸ ਨਹੀਂ ਭਰਿਆ ਇੱਕ ਦਾ ਵੀ। ਕਿੱਕੀ ਢਿੱਲੋਂ ਆ ਸਾਡੇ ਕੋਲੇ, ਉਹਦੀਆਂ ਵੀ 20-25 ਬੱਸਾਂ ਨੇ, ਉਹਨੇ ਵੀ ਕੋਈ ਟੈਕਸ ਨਹੀਂ ਭਰਿਆ। ਕੋਈ ਚਲੋ ਜੇ ਤੂੰ ਅਕਾਲੀ ਦਲ ਦੀਆਂ 50 ਫੜੀਆਂ, ਦੂਜਿਆਂ ਦੀਆਂ 20 ਕੀ ਫੜ ਲਾ ਤਾਂ ਕਿ ਬਰਾਬਰ ਜੇ ਤੇ ਲੱਗੇ। ਜੇ ਉਹ ਕਹਿੰਦਾ ਵੀ ਅਕਾਲੀਆਂ ਦੀਆਂ 3 ਬੰਦਿਆਂ ਦੀਆਂ ਫੜਨਾ 40 ਲੱਖ ਰੁਪਇਆ ਸਾਨੂੰ ਨਫਾ ਹੋ ਗਿਆ, ਤੇ ਜੇ ਨਾਲ 40 ਕਾਂਗਰਸੀਆਂ ਦੀਆਂ ਬੜੀਆਂ ਹੁੰਦੀਆਂ, ਨਫਾ 80 ਲੱਖ ਰੁਪਇਆ ਹੋ ਜਾਣਾ ਸੀ, ਸਰਕਾਰ ਨੂੰ ਦੁੱਗਣਾ ਨਫਾ ਹੋ ਜਾਣਾ ਸੀ। ਫਿਰ ਇਹ ਨਹੀਂ ਕਿ ਪਿੰਡਾਂ ਗਾਂਹ ਤੇ ਪੁੱਤਾਂ ਪਿਛਾਂ, ਇਹ ਨਹੀਂ ਕੰਮ ਚੰਗਾ ਹੁੰਦਾ। ਪੱਖਪਾਤ ਨਾ ਕਰੇ, ਹੁਣ ਮੈਰਿਟ ਕੰਮ ਕਰੇ, ਅਸੀਂ ਵੈਲਕਮ ਕਰਾਂਗੇ। ਕਹਿੰਦੇ 1500 ਕਰੋੜ ਦਾ ਸਾਰੀਆਂ ਬੱਸਾਂ ਦਾ ਹੀ ਅਸੀਂ ਟੈਕਸ ਤਾਂ ਮਾਫ ਕਰਤਾ ਕੋਵਿਡ ਕਰਕੇ, ਕਹਿੰਦੇ ਵੀ ਚਲੋ ਸਰਕਾਰ ਨੇ ਕਿਹਾ ਵੀ ਮਾਫ ਕਰ ਦਿੱਤਾ ਜਾਵੇ। ਮਾਫ ਕਰਤਾ ਫਿਰ ਤਾਂ ਰੌਲਾ ਕਿਉਂ ਨਹੀਂ, ਫਿਰ ਇਹਨੂੰ ਫੜਦਾ ਕਾਹਦੇ ਪਿੱਛੇ ਆ? ਜੇ ਮਾਫ ਕਰਤਾ ਤੇ ਫਿਰ ਫੜਦਾ ਕਾਹਦੇ ਪਿੱਛੇ ਆ? ਮਾਫ ਨਹੀਂ ਕੀਤਾ ਕਿਸੇ ਨੇ, ਅਰਜੀ ਲਾਈ ਵੀ ਇਹਨਾਂ ਦੀ
ਕੈਪਟਨ ਸਾਹਿਬ ਨੇ ਕਹਿਤਾ ਸੀ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ, ਉਦੋਂ ਰਾਜਾ ਵੜਿੰਗ ਵੀ ਕੋਲੇ ਬੈਠਾ ਸੀ, ਮਨਪ੍ਰੀਤ ਸਿੰਘ ਬਾਦਲ ਵੀ ਕੋਲੇ ਬੈਠਾ ਸੀ ਕਿ ਤੁਹਾਨੂੰ ਕੋਵਿਡ ਦੇ ਵਿੱਚ ਘਾਟਾ ਪਿਆ, ਤੁਹਾਡੇ ਸਵਾਰੀ ਹੈ ਨਹੀਂ, ਟੈਕਸ ਕਾਹਦਾ ਲੱਗੇ, ਤੁਹਾਡਾ ਟੈਕਸ ਮਾਫ ਕਰਾਂਗੇ। ਪਰ ਕਰਿਆ ਨਹੀਂ ਹਾਲ ਤਾਈਂ ਕਿਸੇ ਦਾ ਵੀ, ਸਾਰਿਆਂ ਜੁਮੇ ਖੜਾ ਹੈ। ਅੱਜ ਜਿਹਦੀ ਕਹੇ ਕਢਾ ਦਿੰਦਾ ਸਾਰਿਆਂ ਵੱਲੇ ਖੜਾ, ਕਾਂਗਰਸੀਆਂ ਵੱਲੇ ਵੀ ਓਨਾ ਹੀ ਹੈ। ਸੋ ਅਸੀਂ ਤਾਂ ਹੀ ਕਿਹਾ ਵੀ ਇੱਕ ਘਰ ਜਿਹੜਾ ਕਾਰਨ, ਜੇ ਤੂੰ ਟੈਕਸ ਪਿੱਛੇ ਫੜਦਾ ਸਾਰਿਆਂ ਨੂੰ ਫੜ, ਜੇ ਕੋਈ ਹੋਰ ਗਲਤ ਕਾਗਜ਼ਾਂ ਪਿੱਛੇ ਫੜਦਾ ਤਾਂ ਉਵੇਂ ਫੜ ਸਾਰਾ, ਇੱਕੋ ਇੱਕ ਕੰਮ ਕਰ, ਫਿਰ ਉਹਨੂੰ ਚੰਗਾ ਹੋਊਗਾ। ਜੇ ਪੱਖਪਾਤ ਕਰੂਗਾ ਫਿਰ ਚੰਗਾ ਕੰਮ ਨਹੀਂ ਹੈਗਾ। ਕਾਂਗੜ ਸਾਹਿਬ ਦੇ ਨਾਲ ਮੈਂ ਰਾਤ ਗੱਲ ਕਰ ਰਿਹਾ ਸੀ, ਕਹਿੰਦੇ ਮੈਨੂੰ ਸੀਐਮ ਤੋਂ ਬਹੁਤ ਆਸ ਹੈ, ਮੇਰੇ ਨਾਲ ਵਾਈਸ ਪ੍ਰਧਾਨ ਰਹੇ ਨੇ ਪੰਜਾਬ ਕਾਂਗਰਸ ਦੇ, ਕੈਬਨਿਟ ਦੇ ਵਿੱਚ ਅਸੀਂ ਇਕੱਠੇ ਰਹੇ ਹਾਂ, ਮੇਰੀ ਗੱਲ ਸੁਣੀ ਜਾਊਗੀ, ਕਹਿੰਦੇ ਆਸ ਹੈ। ਪਰ ਮੈਂ ਕਿਹਾ ਜੇ ਆਸ ਤੇ ਨਾ ਖਰੇ ਉਤਰੇ, ਮੈਂ ਨਾਲ ਖੜੋਗੇ, ਕਹਿੰਦੇ ਫਿਰ ਇਹ ਸਮਾਂ ਦੱਸੂਗਾ। ਤੁਹਾਨੂੰ ਕੀ ਲੱਗਦਾ? ਉਹ ਤਾਂ ਉਹਨਾਂ ਦਾ ਮਾਮਲਾ ਕਾਂਗਰਸ ਦੇ ਵਿੱਚ, ਮੈਂ ਨਹੀਂ ਕਹਿੰਦਾ, ਕਾਂਗੜ ਸਾਹਿਬ ਦੀ ਮਰਜ਼ੀ ਹੈ, ਚਾਹੇ ਉਹ ਤਾਂ ਰਹੇ, ਚਾਹੇ ਪਿਛਲਾ ਜਿਹੜਾ ਕਾਂਗੜ ਦਾ ਇਤਿਹਾਸ ਉਹ ਕਦੇ ਕਿਤੇ ਟੇਕ ਕੇ ਰਿਹਾ ਤਾਂ ਹੈ ਨਹੀਂਗਾ ਅੱਜ ਤਾਈਂ। ਜਿਹੜਾ ਉਹਦਾ ਮੈਂ ਤੁਹਾਨੂੰ ਦੱਸਤਾ ਵੀ 5-6 ਪਾਰਟੀਆਂ ਤੋਂ ਪਹਿਲਾਂ ਬਦਲ ਹਟਿਆ ਬੰਦਾ, ਤੇ ਹੁਣ ਵੀ ਕੋਈ ਯਕੀਨ ਨਹੀਂ, ਕਿਉਂਕਿ ਅਸਲ ਇਹਨੂੰ ਸਾਰਾ ਕੁਛ ਇਹਦੀ ਦੇਣ ਵਾਲਾ ਤਾਂ ਕੈਪਟਨ ਹੀ ਹੈ। ਜੇ ਕੈਪਟਨ ਨਾ ਹੁੰਦਾ, ਨਾ ਇਹ ਐਮਐਲਏ ਬਣ ਸਕਦਾ ਸੀ, 1 ਮਿੰਟ 'ਚ ਵੀ ਨਹੀਂ, ਜਮਾ ਹੀ ਨਹੀਂ ਸੀ ਬਣ ਸਕਦਾ, ਤੇ ਨਾ ਇਹਨੂੰ ਇੰਨਾ ਵਧੀਆ ਮਹਿਕਮਾ ਮਿਲਦਾ ਸੀ ਜਿਹੜਾ ਇਹਨੂੰ ਮਿਲਿਆ, ਜਿਹਦੇ ਪਿੱਛੇ ਚਰਚਾ ਬੜੀ ਹੋਈ। ਪ੍ਰਸ਼ਾਂਤ ਕਿਸ਼ੋਰ ਦੀ ਰਿਪੋਰਟ ਪੜ੍ਹ ਲਓ, ਉਹਦੇ ਵਿੱਚ ਸਾਫ਼ ਲਿਖਿਆ ਕਾਂਗੜ ਸਾਹਿਬ ਬਾਰੇ ਵੀ ਕੀ ਉਹਦੇ ਰਿਪੋਰਟ 'ਚ ਲਿਖਿਆ ਕਿ ਨਸ਼ਾ ਵਿਕਾਉਂਦਾ ਆਪਦੇ ਹਲਕੇ ਦੇ ਵਿੱਚ, SHO ਨਾਲ ਰਲ ਕੇ ਪੈਸੇ ਲੈਂਦਾ, ਉਹਦੇ 'ਚ ਲਿਖਿਆ ਵੀ ਬਹੁਤ ਜ਼ਿਆਦਾ ਕਰਪਸ਼ਨ ਕਰਦਾ। ਮੈਂ ਨਹੀਂ ਕਹਿੰਦਾ, ਰਿਪੋਰਟ 'ਚ ਲਿਖਿਆ, ਜਿਹੜੀ ਮੈਨੂੰ ਦੱਸਿਆ ਗਿਆ, ਮੈਂ ਪੜ੍ਹੀ ਨਹੀਂ ਹੈਗੇ, ਮੈਨੂੰ ਜੋ ਕਾਂਗਰਸੀਆਂ ਨੇ ਦੱਸਿਆ। ਤੇ ਕਾਂਗਰਸੀਆਂ ਨੇ ਦੱਸਿਆ, ਚਲੋ ਕਈ ਗੱਲਾਂ ਗੁਪਤ ਹੁੰਦੀਆਂ, ਸਾਰੀਆਂ ਨੰਗੀਆਂ ਨਹੀਂ ਕੀਤੀਆਂ ਜਾ ਸਕਦੀਆਂ, ਫਿਰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗੂਗਾ ਜੇ ਐਂ ਦੱਸਣ ਲੱਗ ਗਏ ਆਪਾਂ, ਫਿਰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਕਰਨਾ। ਸੋ ਮੇਰਾ ਮਤਲਬ, ਚਲੋ ਉਹ ਤਾਂ ਗੱਲਾਂ ਆਉਣ ਵਾਲੇ ਸਮੇਂ 'ਚ ਸਾਰੀਆਂ ਸਾਹਮਣੇ ਆ ਜਾਣਗੀਆਂ, ਤੇ ਉਹ ਰਹਿਣਾ ਨਾ ਰਹਿਣਾ, ਪਰ ਕੈਪਟਨ ਸਾਹਿਬ ਕਰਕੇ ਹੀ ਅੱਜ ਸਾਰਾ ਕੁਝ। ਜੇ ਵੇਖੋ ਇਹਦਾ ਕੀ ਰਾਈਟ ਬਣਦਾ ਸੀ, ਨਾ ਤਾਂ ਇਹਨੇ ਕਦੇ ਜੇਲ੍ਹ ਕੱਟੀ ਹੈ ਕਾਂਗਰਸ ਦੀ ਖਾਤਰ, ਨਾ ਕੋਈ ਲੰਮੀ ਕਾਂਗਰਸ 'ਚ ਇਹਦੀ ਸੇਵਾ ਹੈ। ਇਹਦੇ ਨਾਲ ਸੇਵਾ ਵਾਲੇ ਤਾਂ 50-50 ਸਾਲ ਦੇ ਕਾਂਗਰਸੀ ਵਾਲੇ ਲੁਧਿਆਣੇ ਵਾਲੇ ਬੈਠੇ ਆ, ਉਹ ਆਪਣਾ ਜਿਹੜਾ ਜਿਹਦਾ ਪਿਓ ਵੀ ਮਿਨਿਸਟਰ ਮਾਰਤਾ ਸੀਗਾ, ਕੀ ਨਾਂ ਹੈਗਾ ਆਪਣੇ ਦਾ, ਲੁਧਿਆਣੇ ਦਾ ਮੁੰਡਾ, ਮੇਰਾ ਨਾਮ ਮੂੰਹ ਦੀ ਫਿਰਦਾ, ਆਪਣੇ ਹੁਣ ਨਾਭੇ ਵਾਲਾ ਵਿਚਾਰਾ ਹੁਣ ਬਣਾਇਆ, ਇਹ ਵੀ 4-5 ਵਾਰੀ ਐਮਐਲਏ ਬਣ ਗਿਆ। ਹੋਰ ਕਈ ਐਮਐਲਏ ਨੇ, ਸਮਰਾਲੇ ਵਾਲਾ ਅਮਰੀਕ ਸਿੰਘ, ਉਹਨੂੰ ਕਈ ਵਾਰੀ ਹੋ ਗਿਆ ਜਿੱਦਿਆਂ ਨੂੰ, 4 ਵਾਰੀ, ਸਾਰੀ ਉਮਰ ਕਾਂਗਰਸ ਦੇ ਵਿੱਚ ਕੱਢ ਲਈ ਉਹਨਾਂ ਨੇ। ਬਹੁਤ ਐਮਐਲਏ ਜਿਹੜੇ ਤੋਂ ਕਿਤੇ ਸੀਨੀਅਰ ਜ਼ਿਆਦੇ ਹੈ, ਉਹਨਾਂ ਦਾ ਨੰਬਰ ਫਿਰ ਕਿਉਂ ਨਹੀਂ ਲੱਗਿਆ ਹੈਗਾ ਵੀ ਇਹਦਾ ਲੱਗ ਗਿਆ, ਉਹਨਾਂ ਦਾ ਕਿਉਂ ਨਹੀਂ ਲੱਗਿਆ? ਇਹ ਅਮਰਿੰਦਰ ਨੇ ਲਾਇਆ, ਇੱਥੇ ਕਰਕੇ, ਸਾਡੇ ਕਰਕੇ ਲਾਇਆ। ਤੇ ਮਹਾਰਾਜ ਪਿੰਡ ਉਹਦਾ ਵਿੱਚ ਪੈਂਦਾ ਹੈ, ਇਹ ਮਹਾਰਾਜ ਚੋਂ ਜਿੱਦਾਂ ਸੀ ਆਈ ਵਾਰ, ਨਹੀਂ ਤੇ ਪਿੰਡਾਂ 'ਚ ਤਾਂ ਹਰ ਜਾਂਦਾ ਸੀ ਇਹ। ਮਹਾਰਾਜ ਚੋਂ 2000 ਵੋਟ ਕੱਲਾ ਲੀਡ ਲੈ ਕੇ, ਕੋਈ ਸ਼ਹਿਰ 'ਚੋਂ 2000 ਦੀ ਲੀਡ ਹੋ ਜਾਂਦੀ, ਇਹ ਜਿੱਤ ਜਾਂਦਾ। ਨਹੀਂ ਤਾਂ ਜੇ ਮਹਾਰਾਜ ਪਿੰਡ ਕੈਪਟਨ ਕਰਕੇ ਵੋਟਾਂ ਪਾਉਂਦਾ ਸੀ, ਤੇ ਹੁਣ ਜੇ ਅੱਜ ਕੈਪਟਨ ਨੂੰ ਵੀ ਕਿੱਥੇ, ਪਹਿਲਾਂ ਤੁਸੀਂ ਇਹਦੀਆਂ ਕੱਢੋ, ਕੈਪਟਨ ਨੂੰ ਮੈਂ ਛੱਡ ਨਹੀਂ ਸਕਦਾ, ਹੋਰ ਜੋ ਮਰਜ਼ੀ ਹੋ ਜੇ, ਇਹ ਤਾਂ ਸਾਡਾ ਤਾਂ ਬਹੁਤਾ ਹੈਗਾ, ਤੇ ਹੁਣ ਕੈਪਟਨ ਤੇ ਮਿਲਣ ਵੀ ਨਹੀਂ ਜਾਂਦਾ ਉਹਨੂੰ। ਯਾਰ ਜੇ ਹਟ ਗਿਆ ਕੈਪਟਨ, ਕੋਈ ਉਹਨੂੰ ਭੂਤ ਤਾਂ ਨਹੀਂ ਚਿੰਬੜ ਗਿਆ, ਮਿਲਣ ਤਾਂ ਜਾ ਹੀ ਸਕਦਾ ਬੰਦਾ, ਮਿਲਣ ਨੂੰ ਤਾਂ ਕੀ ਫਰਕ ਪੈਂਦਾ? ਕਾਂਗਰਸੀਆਂ ਨੂੰ ਵੀ ਲੋਕ ਮਿਲ ਲੈਂਦੇ ਆ, ਕੋਈ ਦੁਸ਼ਮਣੀਆਂ ਤਾਂ ਨਹੀਂ ਸਾਡੀਆਂ। ਪੋਲੀਟਿਕਸ ਦੇ ਵਿੱਚ ਸਿਆਸੀ ਲੜਾਈ ਹੈ, ਉਹ ਲੜਦੇ ਆ। ਤੇ ਹੁਣ ਜਿਹੜੇ ਬੰਦੇ ਨੇ ਇੰਨਾ ਵਫਾਦਾਰੀ ਕੀਤੀ ਹੋਵੇ, ਇੰਨਾ ਕੁਛ ਕਰਿਆ ਹੋਵੇ, ਜਿਹਦੇ ਮੇਰੇ ਕਿਸੇ ਲਈ ਵੀ, ਉਹ ਬੰਦਾ ਹੁਣ ਮਿਲਣ ਵੀ ਨਾ ਜਾਵੇ, ਉਹਨੂੰ ਪਾਸਾ ਵੱਟ ਜੇ। ਆਪਦੇ ਹਲਕੇ 'ਚ ਬੋਰਡ ਲਾਏ ਆ, ਬੋਰਡ ਤੇ ਵੀ ਕੈਪਟਨ ਸਾਹਿਬ ਦਾ, ਹੁਣ ਤਾਂ ਚਲੋ ਕਾਂਗਰਸ ਛੱਡ ਗਿਆ, ਉਦੋਂ ਤਾਂ ਛੱਡੀ ਨਹੀਂ ਸੀ ਕਾਂਗਰਸ ਜਦੋਂ ਬੋਰਡ ਲਾਇਆ। ਕੈਪਟਨ ਦਾ ਬੋਰਡ ਤੇ ਨਾਂ ਵੀ ਹਟਾਤਾ, ਡਰਦੇ ਨੇ। ਸੁੱਖੀ ਰੰਧਾਵੇ ਦਾ ਤਾਂ ਲਾਤਾ ਉੱਥੋਂ ਲਿਜਾ ਕੇ, ਤੇ ਕੈਪਟਨ ਸਾਹਿਬ ਦਾ ਨਾਂ ਹੈ ਨਹੀਂ ਸੀਗਾ, ਤੇ ਦੂਜੇ ਲੋਕਾਂ ਦੇ ਲਾਏ ਸੀ ਸਾਰਿਆਂ ਨੇ, ਕੈਪਟਨ ਸਾਹਿਬ ਦੀ ਫੋਟੋ ਤਾਂ ਲਾਈ ਸੀ। ਇੰਨੀ ਵੀ ਨਹੀਂ ਨਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਕਿਰਤਗਨ ਹੋਣਾ ਚਾਹੀਦਾ ਕਿ ਜਿਹਨੇ ਇੱਥੋਂ ਤੱਕ ਪਹੁੰਚਾਇਆ ਹੋਵੇ, ਉਹਦਾ ਮੁੜ ਕੇ ਅਸੀਂ ਨਾਂ ਲੈਣਾ ਹੀ ਛੱਡ ਦਈਏ, ਜੇ ਉਹ ਤੋਂ ਪਾਸਾ ਹੀ ਵੱਟ ਜਾਈਏ। ਐਂ ਕਿ ਹੋ ਜੂ ਕੈਪਟਨ ਨੂੰ ਮਿਲਣ ਨੂੰ ਕੋਈ ਚੁੰਡੀਆਂ ਵੜਦਾ? ਮਿਲਣ ਦਾ ਤਾਂ ਕੋਈ ਡਰ ਨਹੀਂ ਹੈਗਾ, ਇੱਕ ਦੂਜੇ ਦੇ ਦੁੱਖ ਸੁੱਖ ਤੋਂ ਜਾਂਦੇ ਆ, ਇਕੱਠੇ ਰਹੇ ਇੰਨਾ ਚਿਰ, ਜੇ ਫਿਰ ਕੀ ਹੋ ਗਿਆ ਮਿਲਣ ਵਿੱਚ? ਜੇ ਮੈਨੂੰ ਕੈਪਟਨ ਬੁਲਾਵੇ ਮਿਲਣ ਨੂੰ, ਮੈਂ ਤਾਂ ਮਿਲ ਆਊਂਗਾ ਜਾ ਕੇ, ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਮਿਲਣਾ ਕੀ ਹੈ? ਕੈਪਟਨ ਦੇ ਭਵਿੱਖ ਨੂੰ ਕਿਵੇਂ ਦੇਖਦੇ ਹੋ ਤੁਸੀਂ? ਵੇਖੋ ਕੈਪਟਨ ਦਾ ਭਵਿੱਖ, ਕੋਈ ਮੈਨੂੰ ਸਿਆਸੀ ਭਵਿੱਖ ਤਾਂ ਹੁਣ ਕੋਈ ਲੱਗਦਾ ਨਹੀਂ। ਵੇਖੋ ਕਿਉਂਕਿ ਜੋ ਹਾਲਾਤ ਨੇ ਇਸ ਵੇਲੇ, ਲੜਾਈ ਤਾਂ ਹੈਗੀ 3 ਧਿਰ ਹੋਈ, ਕਾਂਗਰਸ ਦੀ ਤੇ ਆਪ ਵਾਲਿਆਂ ਦੀ ਤੇ ਅਕਾਲੀ ਦਲ ਦੀ, ਹੈ ਜੀ। ਸਰਕਾਰ ਅਕਾਲੀ ਦਲ ਦੀ ਬਣੂਗੀ, ਜੋ ਹਾਲਾਤ ਬਣਦੇ ਜਾਂਦੇ ਨੇ ਸਾਰੇ। ਪਰ ਕੈਪਟਨ ਸਾਹਿਬ ਦਾ ਇਹ ਹੈ ਵੀ, ਕੈਪਟਨ ਸਾਹਿਬ ਨੂੰ ਪਤਾ ਹੈ ਸਾਰਾ, ਉਹ ਕੋਈ ਜਵਾਕ ਤਾਂ ਹੈ ਨਹੀਂ, ਬਹੁਤ ਡੂੰਘਾ ਸਿਆਸਤਦਾਨ ਹੈ, ਬੜੇ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਹੈ, ਉਹਨੂੰ ਪਤਾ ਹੈ ਸਾਰੀਆਂ ਗੱਲਾਂ ਦਾ। ਉਹ ਚੋਣ ਤਾਂ ਲੜੂਗਾ ਹੁਣ ਦੱਬ ਕੇ, ਕਿਉਂਕਿ ਉਹ ਵੀ ਜਿੱਦੀ ਹੈ, ਜਿਹੜੀ ਗੱਲ ਦੇ ਜਿੱਦ ਦੇ ਵਿੱਚ ਪੈ ਜਾਂਦਾ, ਮਗਰ ਫਿਰ ਉਹ ਪਿੱਛੇ ਨਹੀਂ ਹਟਦਾ, ਉਹਦਾ ਸ਼ੁਰੂ ਤੋਂ ਸੁਭਾਅ ਹੈ। ਉਹਨੇ ਹੁਣ ਜਿਹੜੀ ਚੋਣ ਆ, ਉਹਦਾ ਨੁਕਸਾਨ ਮਾਂਜਾ ਲਾਊਗਾ ਉਹ ਕਾਂਗਰਸ ਨੂੰ, ਤੇ ਉਹਦੇ ਨਿਸ਼ਾਨੇ ਤੇ ਵੀ ਇਹੀ ਹੈ ਕਿ ਮੈਂ ਵਿਖਾਉਣਾ ਹੈ ਕਿ ਮੈਥੋਂ ਬਿਨਾਂ ਪੰਜਾਬ 'ਚ ਕਾਂਗਰਸ ਕੁਛ ਨਹੀਂ ਹੈਗੀ, ਮੈਥੋਂ ਬਿਨਾਂ ਕਾਂਗਰਸ ਜਿੱਤ ਨਹੀਂ ਸਕਦੀ। ਤੇ ਜੇ ਉਹਨੇ ਠੀਕ ਪਾਰਟੀ ਬਣਾ ਕੇ, ਜਿਵੇਂ ਉਹ ਚੱਲਿਆ, ਲੜ ਪਿਆ, ਬੰਦੇ ਤਾਂ ਉਹਨੂੰ ਵੇਖੋ ਮਿਲ ਜਾਣਗੇ। ਬੰਦੇ ਤਾਂ ਹੁਣ ਵੀ ਹਰੇਕ ਹਲਕੇ 'ਚ ਕਾਂਗਰਸ ਦੇ 2-2 3-3 ਹੈਗੇ ਆ, ਰਾਈਵਲ ਹੁਣ ਵੀ ਹੈਗੇ ਆ। ਕੁਛ ਬੰਦੇ ਸਾਡੇ 'ਚੋਂ ਵੀ ਭੱਜਣਗੇ ਜਿਹਨਾਂ ਨੂੰ ਟਿਕਟ ਨਾ ਮਿਲੀ, ਕੁਛ ਬੰਦੇ ਆਪ 'ਚੋਂ ਵੀ ਭੱਜਣਗੇ, ਤੇ ਕੁਛ ਕਾਂਗਰਸ 'ਚੋਂ ਵੀ ਭੱਜਣਗੇ, ਕੁਛ ਪਹਿਲਾਂ ਹੀ ਰਾਈਵਲ ਹੈਗੇ ਆ। ਬੰਦੇ ਤੁਹਾਨੂੰ 117 ਠੋਕ ਕੇ ਮਿਲ ਜਾਣਗੇ, ਵਧੀਆ ਮਿਲ ਜਾਣਗੇ। ਤੇ ਉਹ ਬੰਦੇ ਇੰਨੀ ਕਪੈਸਿਟੀ ਰੱਖਦੇ ਨੇ ਸਾਰੇ, ਜਿਹੜੇ ਉਹਨੂੰ ਮਿਲ ਜਾਣਗੇ, 10 ਤੋਂ ਲੈ ਕੇ 20-20 ਹਜ਼ਾਰ ਤਾਈਂ ਵੋਟ ਲੈਣ ਦੀ ਕਪੈਸਿਟੀ ਰੱਖਦੇ ਨੇ। ਤੇ ਜੇ ਇੰਨੀ ਵੋਟ ਲੈ ਗਏ ਤੇ ਕਾਂਗਰਸ ਦਾ ਤਾਂ ਫਿਰ ਸਫਾਇਆ ਪੰਜਾਬ ਦੇ ਵਿੱਚ,
ਮੈਨੂੰ ਨਹੀਂ ਲੱਗਦਾ ਵੀ 2 ਅੰਕੜਿਆਂ ਤੇ ਕਾਂਗਰਸ ਫਿਰ ਆ ਜਾਊਗੀ ਜੇ ਦੱਬ ਕੇ ਕੈਪਟਨ ਨੇ ਪਾਰਟੀ ਬਣਾ ਕੇ ਚੋਣ ਲੜ ਲਈ। ਕਾਂਗਰਸ ਤੇ ਸਭ ਤੋਂ ਮਾਂਜਾ ਉਹ ਕਾਂਗਰਸ ਦਾ ਲਾਊਗਾ ਤੇ ਉਹਦੇ ਮਨ ਦੇ ਵਿੱਚ ਵੀ ਕਾਂਗਰਸ ਨੂੰ ਮਾਂਜਣਾ ਹੀ ਹੈ। ਅਸ਼ਵਨੀ ਸ਼ੇਖੜੀ ਇਲਜ਼ਾਮ ਲਾ ਰਿਹਾ ਤ੍ਰਿਪਤ ਬਾਜਵਾ ਹੋਰਾਂ ਦੇ ਉੱਤੇ ਕਿ 10 ਸੀਟਾਂ ਹਰਾਉਣ ਦੇ ਲਈ ਅਕਾਲੀਆਂ ਤੋਂ ਸਪਾਰੀ ਲੈਂਦੇ ਰਹੇ ਨੇ ਬਾਜਵਾ, ਕੀ ਕਹੋਗੇ ਤੁਸੀਂ? ਵੇਖੋ ਉਹ ਤਾਂ ਉਹਨਾਂ ਨੂੰ ਪਤਾ ਹੋਊਗਾ, ਹੁਣ ਮੈਨੂੰ ਤਾਂ ਗੁਰਦਾਸਪੁਰ ਬਾਰੇ ਤਾਂ ਨਹੀਂ ਪਤਾ। ਸ਼ੇਖੜੀ ਤੇ ਉਹਦੀ ਲੜਾਈ ਹੈਗੀ ਹੈ ਕਿਉਂਕਿ ਸ਼ੇਖੜੀ ਦਾ ਹਲਕਾ ਬਟਾਲਾ ਹੈ, ਬਾਜਵਾ ਸਾਹਿਬ ਦਾ ਹਲਕਾ ਫਤਿਹਗੜ੍ਹ ਚੂੜੀਆਂ ਹੈ। ਹੁਣ ਬਾਜਵਾ ਸਾਹਿਬ ਫਤਿਹਗੜ੍ਹ ਚੂੜੀਆਂ ਤੋਂ ਲੜਨਾ ਨਹੀਂ ਚਾਹੁੰਦੇ, ਬਟਾਲੇ ਤੋਂ ਲੜਨਾ ਚਾਹੁੰਦੇ। ਕਾਫੀ ਚਿਰ ਦੇ ਉੱਥੇ ਹੀ ਕੰਮ ਕਰ ਰਿਹਾ, ਕੋਈ ਸਾਲ 1.5 ਸਾਲ ਦੇ। ਤੇ ਅਸ਼ਵਨੀ ਸ਼ੇਖੜ ਵੀ ਉੱਥੇ ਹੀ ਹੈ। ਪਿੱਛੇ ਜੇ ਅਸ਼ਵਨੀ ਸ਼ੇਖੜੀ ਨੇ ਮਨ ਬਣਾ ਲਿਆ ਸੀ ਅਕਾਲੀ ਦਲ ਦੇ ਵਿੱਚ ਆਉਣ ਦਾ, ਫੈਸਲਾ ਹੀ ਹੋ ਗਿਆ ਸੀ। ਇੱਥੇ ਬਸ ਅਨਾਉਂਸਮੈਂਟ ਹੀ ਸੀਗੀ। ਫਿਰ ਕੈਪਟਨ ਸਾਹਿਬ ਨੇ ਬਰਿਆ ਬਰੂ ਕੇ ਉਹਨੂੰ ਵੀ ਤੇਰੇ ਹਲਕੇ 'ਚ ਤੈਨੂੰ ਹੀ ਟਿਕਟ ਦੇਵਾਂਗੇ। ਉਹਦੀ ਮਰਜ਼ੀ ਦੇ ਬੰਦੇ ਵੀ ਲਾਤੇ, ਅਫਸਰ ਵੀ ਲਾਤੇ, ਚੇਅਰਮੈਨ ਵੀ ਲਾਤੇ। ਬਾਜਵਾ ਸਾਹਿਬ ਨੂੰ ਕਹਿਤਾ ਵੀ ਤੁਸੀਂ ਆਪਦੇ ਹਲਕੇ 'ਚ ਕੰਮ ਕਰੋ। ਫਿਰ ਉਹ ਟਿਕ ਗਿਆ ਸੀ। ਹੁਣ ਫਿਰ ਜਦੋਂ ਸਥਿਤੀਆਂ ਬਦਲ ਗਈਆਂ, ਕੈਪਟਨ ਹਟ ਗਿਆ, ਫਿਰ ਉਹੀ ਸਥਿਤੀਆਂ ਨੇ। ਹੁਣ ਫਿਰ ਬਾਜਵਾ ਸਾਹਿਬ ਉਹਦੇ ਹਲਕੇ 'ਚ ਹੀ ਹੈ। ਹੋ ਸਕਦਾ ਮੈਨੂੰ ਲੱਗਦਾ ਫਿਰ ਪਾਰਟੀ ਛੱਡ ਦੇ ਅਸ਼ਵਨੀ ਸ਼ੇਖੜੀ। ਇਲਜ਼ਾਮ ਤੇ ਕੀ ਕਹੋਗੇ ਤੁਸੀਂ? ਅਕਾਲੀ ਦਲ ਸਪਾਰੀਆਂ ਦਿੰਦਾ ਰਿਹਾ, ਦੇ ਵਿੱਚ ਤਾਂ ਹੁਣ ਪਤਾ ਨਹੀਂ। ਅਕਾਲੀ ਦਲ ਸਪਾਰੀ ਦਿੰਦਾ ਰਿਹਾ। ਨਹੀਂ, ਅਕਾਲੀ ਦਲ ਕੋਲ ਤਾਂ ਆਪਦੀ ਇਲੈਕਸ਼ਨ ਲੜਨ ਜੋਗੇ ਪੈਸੇ ਹੈ ਨਹੀਂ। ਪ੍ਰਧਾਨ ਸਾਹਿਬ ਤਾਂ ਰੋਜ਼ ਆਉਂਦੇ ਆ, ਥੋੜੇ ਬਹੁਤੇ ਪੈਸੇ ਇਕੱਠੇ ਕਰੀਏ। ਇਹ ਤੇ ਸਫਾਰੀਆਂ ਅਸੀਂ ਕਿੱਥੋਂ ਦੇ ਦਾਂਗੇ? ਸਾਡੇ ਕੋਲ ਤਾਂ ਇਲੈਕਸ਼ਨ ਤੇ ਲਾਉਣ ਨੂੰ ਹਲੇ ਜਿੰਨੇ ਪੈਸੇ ਚਾਹੀਦੇ ਉਹ ਹੈ ਨਹੀਂਗੇ ਸਾਡੇ ਕੋਲੇ ਤਾਂ। ਪ੍ਰਧਾਨ ਸਾਹਿਬ ਕਹਿੰਦੇ ਖਾਲਸਿਆਂ ਦਾ ਖਜ਼ਾਨਾ ਭਰਿਆ ਹੁੰਦਾ। ਨਹੀਂ, ਖਜ਼ਾਨਾ ਤਾਂ ਸਰਕਾਰ ਦਾ, ਜਿਵੇਂ ਰੋਂਦੇ ਆ ਨਾ ਵੇਖੋ ਐਵੇਂ ਰੋਈ ਜਾਂਦੇ ਰਹਿੰਦੇ ਖਜ਼ਾਨਾ ਖਾਲੀ ਕਰਕੇ ਜੀ। ਇਹ ਝੂਠ ਹੀ ਬੋਲਦੇ ਆ, ਖਜ਼ਾਨਾ ਤਾਂ ਕੋਈ ਹੁੰਦਾ ਹੀ ਨਹੀਂ। ਖਜ਼ਾਨਾ ਕਿਹੜਾ ਸਵਾਤ ਨੋਟਾਂ ਦੀ ਭਰੀ ਹੁੰਦੀ ਹੈ ਵੀ ਜਿਹੜੀ ਖਾਲੀ ਹੋ ਗਈ। ਖਜ਼ਾਨਾ ਤਾਂ 1 ਸਾਲ ਦਾ ਬਜਟ ਹੁੰਦਾ ਜੀ। 1 ਅਪ੍ਰੈਲ ਤੋਂ ਖਜ਼ਾਨੇ 'ਚ ਪੈਸੇ ਲੋਕਾਂ ਦੇ ਟੈਕਸ ਨਾਲ ਆਉਣ ਲੱਗ ਜਾਂਦੇ ਆ, ਕਿਤੋਂ ਗਰਾਂਟਾਂ ਹੋਰ ਸਾਰਾ ਜੋ ਸਿਸਟਮ ਹੈਗਾ। ਤੇ 31 ਮਾਰਚ ਨੂੰ ਉਹ ਲੈਪਸ ਮੁੱਕ ਜਾਂਦਾ, ਜੇ ਲਾਗੇ ਲਾਗੇ ਨਹੀਂ ਖਤਮ। ਉਹਦਾ ਹਿਸਾਬ ਕਿਤਾਬ ਹੁੰਦਾ ਵੀ ਚੱਲੀ ਜਾਂਦਾ, ਉਹ ਬਣਾ ਲੈਂਦੀ ਹੈ ਸਰਕਾਰ। ਜਦੋਂ ਪਤਾ ਹੀ ਹੁੰਦਾ ਕਿ ਇਹ ਸਾਲ ਦਾ ਸਾਡੀ ਆਹ ਖੇਤਰਾਂ 'ਚੋਂ ਸਾਨੂੰ ਆਮਦਨ ਆਏਗੀ, ਆਹ ਸਾਡੇ ਖਰਚੇ ਨੇ। ਪਹਿਲਾਂ ਸਾਰਿਆਂ ਤੋਂ ਹੁੰਦਾ ਤਨਖਾਹ ਦੇਣੀ, ਪੈਨਸ਼ਨਾਂ ਦੇਣੀਆਂ, ਇਹ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ। ਉਦੋਂ ਬਾਅਦ ਫਿਰ ਜਿਹੜੇ ਡਿਵੈਲਪਮੈਂਟ ਦੇ ਕੰਮ ਫੰਡ ਹੈ ਉਹ ਵੰਡ ਦੇਈਦੇ ਆ। ਕੁਛ ਮੋਟੇ ਵਧਾ ਕੇ ਰੱਖ ਲਈਦੇ ਆ, ਜੇ ਹੋਰ ਫੰਡ ਆ ਗਏ ਤਾਂ ਪੂਰੇ ਹੋ ਜਾਂਦੇ ਨੇ, ਉਹ ਕੁਛ ਕੰਮ ਰਹਿ ਜਾਂਦੇ ਆ। ਆਹੀ ਸਾਲ ਦਾ ਖਜ਼ਾਨਾ ਹੁੰਦਾ, ਹੋਰ ਖਜ਼ਾਨਾ ਕਿੱਥੋਂ ਆਉਂਦਾ? ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਿਛਲੇ ਦਿਨੀ ਟਵੀਟ ਕੀਤਾ ਆਨੰਦਪੁਰ ਸਾਹਿਬ ਦਾ ਮਤਾ। ਇੱਕ ਵਾਰ ਫਿਰ ਤੋਂ BSF ਦੇ ਮੁੱਦੇ ਤੋਂ ਬਾਅਦ ਗੱਲ ਚੱਲੀ ਹੈ, ਸੂਬੇ ਦੀ ਵੱਧ ਅਧਿਕਾਰ ਦੇ ਮੰਗਾਂ ਦੀ ਗੱਲ ਚੱਲੀ ਹੈ ਇੱਕ ਵਾਰ ਫਿਰ ਤੋਂ। ਕੀ ਲੱਗਦਾ ਫੈਡਰਲਿਜ਼ਮ ਦੀ ਗੱਲ ਚੱਲੀ ਹੈ, ਅਕਾਲੀ ਦਲ ਦੁਬਾਰਾ ਮੋਰਚਾ ਲਾ ਸਕਦਾ? ਵੇਖੋ ਮੇਰੀ ਸਮਝ ਦੇ ਵਿੱਚ ਹੁਣ ਜਿਹੜੀ ਪੰਜਾਬ ਦੀ ਗੱਲ ਹੈ, ਇਕੱਲੇ ਅਕਾਲੀ ਦਲ ਦੇ ਸਿਰ ਵੀ ਨਹੀਂ ਪਾਉਣੀ ਚਾਹੀਦੀ, ਕਿਉਂਕਿ ਹਮੇਸ਼ਾ ਹੀ ਲੜਾਈ ਜਿਹੜੀ ਪੰਜਾਬ ਦੀ ਲੜੀ ਹੈ ਉਹ ਅਕਾਲੀ ਦਲ ਨੇ ਲੜੀ ਹੈ। ਚਾਹੇ ਪੰਜਾਬੀ ਸੂਬੇ ਦੀ ਲੜਾਈ ਸੀ, ਚਾਹੇ ਪਾਣੀਆਂ ਦੀ ਲੜਾਈ ਹੈ, ਚਾਹੇ ਵੱਧ ਅਧਿਕਾਰਾਂ ਦੀ ਲੜਾਈ ਹੈ, ਚਾਹੇ ਚੰਡੀਗੜ੍ਹ ਦੀ ਲੜਾਈ ਹੈ, ਚਾਹੇ ਕਿਤੇ ਹੋਰ ਪੰਜਾਬ ਨਾਲ ਜਦੋਂ ਵੀ ਧੱਕੇ ਹੋਏ ਆ, ਉਹ ਲੜਾਈ ਹਮੇਸ਼ਾ ਅਕਾਲੀ ਦਲ ਨੇ ਲੜੀ ਹੈ, ਕਿਸੇ ਨੇ ਹੋਰ ਲੜੀ ਹੋਈ ਨਹੀਂ। ਪਰ ਫਰਜ਼ ਸਾਰਿਆਂ ਦਾ ਬਣਦਾ। ਪਰ ਹੁਣ ਜਿਹੜਾ ਯੁੱਗ ਆ ਗਿਆ ਨਾ, ਜਿਹੜਾ ਆਉਣ ਵਾਲਾ ਸਮਾਂ ਆ ਰਿਹਾ, ਉਹਦੇ 'ਚ ਵੱਧ ਅਧਿਕਾਰਾਂ ਬਿਨਾਂ ਗੱਡੀ ਨਹੀਂ ਚੱਲਣੀ। ਸੂਬਿਆਂ ਦੀਆਂ ਪਾਰਟੀਆਂ ਹੁਣ ਤਕੜੀਆਂ ਹੋ ਰਹੀਆਂ ਨੇ ਸਾਰਿਆਂ ਦੀਆਂ। ਦੇਖੋ ਮਮਤਾ ਤਕੜੀ ਹੋ ਗਈ ਬੰਗਾਲ ਦੇ, ਉੱਥੇ ਉੜੀਸਾ ਦੇ ਵਿੱਚ ਪਟਨਾਇਕ ਸਾਹਿਬ ਹੈਗੇ ਆ, ਆਂਧਰਾ ਦੇ ਵਿੱਚ ਨਾਇਡੂ ਸਾਹਿਬ ਹੋ ਗਏ, ਉਹਦੇ 'ਚ ਹੋ ਗਏ, ਤੇਲੰਗਾਨਾ 'ਚ ਵੀ ਉਹ ਦੂਜੇ TR ਸਾਰ ਆ ਗਏ, ਤਾਮਿਲਨਾਡੂ 'ਚ ਉਹ ਦੂਜਾ ਆ ਗਿਆ, ਸਟਾਲਨ ਆ ਗਿਆ। ਇਹ ਮਹਾਰਾਸ਼ਟਰ ਦੇ ਵਿੱਚ ਵੀ ਲੋਕਲ ਪਾਰਟੀ ਰਾਜ ਕਰ ਰਹੀ ਹੈ। ਕਈ ਸੂਬਿਆਂ ਦੇ ਵਿੱਚ ਹੁਣ UP ਦਾ ਵੇਖ ਲਓ ਵੀ ਮੁਲਾਇਮ ਸਿੰਘ ਵੀ ਬਰਾਬਰ ਤਕੜਾ, ਬਿਹਾਰ 'ਚ ਵੀ ਵੇਖ ਲਓ। ਸੋ ਆਉਣ ਵਾਲੇ ਸਮੇਂ 'ਚ ਪਾਰਟੀਆਂ ਲੋਕਲ ਤਕੜੀਆਂ ਹੋ ਰਹੀਆਂ ਨੇ ਤੇ ਵੱਧ ਅਧਿਕਾਰ ਹੌਲੀ ਹੌਲੀ ਦੇਣੇ ਪੈਣਗੇ। ਸੈਂਟਰ ਦੇ ਵਿੱਚ ਕੋਈ ਸਰਕਾਰ ਆਈ ਹੈ, ਚਾਹੇ ਕਾਂਗਰਸ ਦੀ ਆਈ ਹੈ, ਚਾਹੇ ਹੁਣ BJP ਦੀ ਹੈ, ਇਹਨਾਂ ਨੇ ਸਾਰੇ ਸੂਬਿਆਂ ਦੇ ਅਧਿਕਾਰ ਘਟਾਏ ਨੇ, ਖੋਏ ਨੇ। ਪਰ ਜਿੰਨਾ ਚਿਰ ਸੂਬਿਆਂ ਨੂੰ ਵੱਧ ਅਧਿਕਾਰ ਨਹੀਂ ਦਿੰਦੇ, ਦੁਨੀਆ ਦੇ ਵਿੱਚ ਵੇਖ ਲਓ ਤੁਸੀਂ, ਅਮਰੀਕਾ 'ਚ ਕਿਉਂ ਤਰੱਕੀ ਹੈ, ਜਾਂ ਕੈਨੇਡਾ 'ਚ ਕਿਉਂ ਤਰੱਕੀ ਹੈ, ਜਾਂ ਹੋਰ ਸੂਬਿਆਂ ਦੇਸ਼ਾਂ 'ਚ ਕਿਉਂ ਤਰੱਕੀ ਹੈ? ਉਹ ਸੂਬਿਆਂ ਕੋਲੇ ਫੁੱਲ ਪਾਵਰਾਂ ਨੇ। ਈਵਨ ਸੂਬਿਆਂ ਕੋਲੇ ਛੱਡੋ, ਮਿਊਨਿਸਪੈਲਿਟੀਆਂ ਕੋਲੇ ਫੁੱਲ ਪਾਵਰਾਂ ਨੇ। ਤੇ ਜੇ ਜਵਾਬਦੇਹ ਤਾਂ ਸੂਬਾ ਹੈ, ਲੋਕਾਂ ਤੋਂ ਜੁੱਤੀਆਂ ਤਾਂ ਸੂਬਾ ਖਾਂਦਾ ਹੈ, ਤੇ ਟੈਕਸ ਇਕੱਠੇ ਕਰਕੇ ਸੈਂਟਰ ਲੈ ਜਾਂਦਾ, ਉਹਨਾਂ ਤੋਂ ਮਿੰਨਤਾਂ ਨਾ ਲੈਨੇ ਫਿਰ ਅਸੀਂ। ਸੋ ਸੂਬਿਆਂ ਨੂੰ ਵੱਧ ਅਧਿਕਾਰ ਦੇਣੇ ਚਾਹੀਦੇ ਨੇ। ਇਹਦੇ ਤੇ ਸਾਨੂੰ ਲੜਨਾ ਚਾਹੀਦਾ। ਮੈਂ ਤਾਂ ਹੱਕ 'ਚ ਇਸ ਗੱਲ ਦੇ, ਸਾਨੂੰ ਦੱਬ ਕੇ ਇਹਦੇ ਤੇ ਬੋਲਣਾ ਚਾਹੀਦਾ। ਦੂਜੀਆਂ ਅਕਾਲੀ ਦਲ ਕਹਿੰਦੀ ਅਸੀਂ ਰੀਜਨਲ ਪਾਰਟੀ ਆ, ਬਾਦਲ ਸਾਹਿਬ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਆਪਣੀ ਪਾਰਟੀ ਹੈ, ਫਿਰ ਲੜੂਗੀ ਅਕਾਲੀ ਦਲ? 2 ਥਾਈਂ ਲੜਾਈ ਲੜਾਂਗੇ ਅਸੀਂ। ਇੱਕ ਤਾਂ ਸਾਰੇ ਸੂਬਿਆਂ ਦੀਆਂ ਲੋਕਲ ਪਾਰਟੀਆਂ ਨੂੰ ਇਕੱਠੇ ਕਰਾਂਗੇ, ਰੀਜਨਲ ਪਾਰਟੀਆਂ ਜਿਹੜੀ, ਉਹਨਾਂ ਨੂੰ ਇਕੱਠੇ ਕਰਕੇ ਰੌਲਾ ਪਾਵਾਂਗੇ। ਦੂਜੀ ਗੱਲ, ਜੇ ਸਾਨੂੰ ਮੋਰਚਾ ਲਾਉਣਾ ਪਿਆ ਇਹਨਾਂ ਗੱਲਾਂ ਦੀ ਖਾਤਰ, ਦੇਖੋ ਚੰਡੀਗੜ੍ਹ ਸਾਡਾ, ਸਾਡੇ ਨਾਲ ਧੱਕਾ ਖੋਹੀ ਬੈਠੇ ਆ। ਕਿਸੇ ਸੂਬੇ ਤੋਂ ਰਾਜਧਾਨੀ ਨਹੀਂ ਖੋਹੀ, ਸਾਥੋਂ ਖੋਹੀ ਬੈਠੇ ਆ। ਪਾਣੀ ਸਾਡਾ ਨਹੀਂ ਸਾਨੂੰ ਦਿੰਦੇ। ਤੁਸੀਂ ਕਹਿੰਦੇ 10 ਸਾਲਾਂ 'ਚ ਕਿਉਂ ਨਹੀਂ ਮੰਗੀ? ਉਦੋਂ ਤਾਂ BJP ਦੇ ਨਾਲ ਬੜੀ ਟਿਊਨਿੰਗ ਸੀ, ਉਦੋਂ ਕਿਉਂ ਨਹੀਂ ਚੰਡੀਗੜ੍ਹ ਮੰਗਿਆ ਗਿਆ? 2 ਤਰ੍ਹਾਂ ਦੀ ਲੜਾਈ ਹੁੰਦੀ ਹੈ। ਜਦੋਂ ਆਪੋਜੀਸ਼ਨ 'ਚ ਹੋਈਏ ਉਦੋਂ ਮੋਰਚਿਆਂ ਦੀ ਲੜਾਈ ਹੁੰਦੀ ਹੈ, ਉਦੋਂ ਉਸ ਲੋਟ ਦਬਾਅ ਪਾਉਣਾ ਹੁੰਦਾ। ਜਦੋਂ ਸਰਕਾਰ ਦੇ ਵਿੱਚ ਹੋਈਏ ਜਾਂ ਦਿੱਲੀ ਤੁਹਾਡੀ ਭਾਈਵਾਲ ਸਰਕਾਰ ਹੋਵੇ, ਉਦੋਂ ਬੇਦਨ ਸਰਕਾਰ ਰੌਲਾ ਪਾਉਣਾ ਚਾਹੀਦਾ। ਬੇਦਨ ਸਰਕਾਰ ਜਿੰਨਾ ਅਸੀਂ ਪਾ ਸਕਦੇ ਸੀ ਅਸੀਂ ਪਾਉਂਦੇ ਰਹੇ ਹਾਂ, ਗੱਲ ਉਹਨਾਂ ਨਾਲ ਕਰਦੇ ਰਹੇ ਹਾਂ। ਪਰ ਨਾ ਪਹਿਲਾਂ ਕਾਂਗਰਸ ਵੇਲੇ ਕਿਸੇ ਨੇ ਗੱਲ ਮੰਨੀ ਹੈ, ਤੇ ਨਾ ਹੁਣ BJP ਨੇ ਸਾਡੀ ਗੱਲ ਮੰਨੀ ਹੈ। ਉਹ ਗੱਲ ਉੱਥੇ ਦਾ ਉੱਥੇ ਖੜਾ। ਮਸਲਾ ਜਿਹੜਾ ਬੜਾ ਗੰਭੀਰ ਹੈ ਧੱਕਾ ਪੰਜਾਬ ਦੇ ਨਾਲ। BJP ਨੇ 10 ਸਾਲਾਂ ਦੇ ਵਿੱਚ ਗੱਲ ਹੀ ਨਹੀਂ ਮੰਨੀ, ਫਿਰ ਤੁਹਾਨੂੰ ਲੱਗਦਾ ਗੱਠਜੋੜ ਪਹਿਲਾਂ ਹੀ ਤੋੜ ਦੇਣਾ ਚਾਹੀਦਾ ਸੀ? ਜਿਹੜੀਆਂ 17 ਮੰਗਾਂ ਸੀ ਅਨੰਦਪੁਰ ਮਤੇ ਦੀਆਂ, ਅੱਜ ਦੁਹਰਾਈਆਂ ਜਾ ਰਹੀਆਂ ਨੇ ਓਪੋਜੀਸ਼ਨ 'ਚ ਹੁੰਦਿਆਂ। ਉਹ ਜਦੋਂ ਸੱਤਾ ਦੇ ਵਿੱਚ ਸੀਗੀ ਅਕਾਲੀ ਦਲ, ਉਦੋਂ ਕਿਉਂ ਨਹੀਂ ਦੁਹਰਾਈਆਂ ਗਈਆਂ? ਨਹੀਂ,
ਕੁਛ ਜਿੱਥੇ ਵੇਖੋ ਸਾਡੀਆਂ ਕੁਛ ਗੱਲਾਂ ਨਹੀਂ ਮੰਨੀਆਂ, ਜਿਵੇਂ ਪੰਜਾਬ ਦੇ ਲੈਵਲ ਦੀਆਂ, ਇਹ ਦੱਸਦੇ ਆ ਤੁਹਾਨੂੰ, ਇਹ ਕੋਈ ਇਕੱਲਾ ਅਕਾਲੀ ਦਲ ਦਾ ਮਸਲਾ ਤਾਂ ਹੈ ਨਹੀਂ, ਤਾਂ ਸਾਰੀਆਂ ਪਾਰਟੀਆਂ ਦਾ ਹੀ ਹੈ। ਪਰ ਉਹਨਾਂ ਨੇ ਸਾਡੇ ਵਾਸਤੇ, ਪੰਜਾਬ ਵਾਸਤੇ ਪੈਸੇ, ਫੰਡ, ਹੋਰ ਕੰਮ ਬਹੁਤ ਕੀਤੇ ਆ। ਪੰਜਾਬ ਨੂੰ ਜੋ ਪੰਜਾਬ ਦੀ ਡਿਵੈਲਪਮੈਂਟ ਦੀ ਖਾਤਰ ਮੰਗਿਆ ਉਹ ਤਾਂ ਦੇ ਹੀ ਗਏ ਨੇ। ਫੰਡਾਂ 'ਚ ਕੋਈ, ਜੇ ਅਸੀਂ ਸੜਕਾਂ ਮੰਗੀਆਂ ਸਾਨੂੰ ਕੋਈ ਨਹੀਂ ਜਵਾਬ ਦਿੱਤਾ। ਵੱਡੀਆਂ ਵੱਡੀਆਂ ਨੈਸ਼ਨਲ ਹਾਈਵੇ ਸੜਕਾਂ 4 ਲੇਨ ਦੇਤੀਆਂ। ਜੇ ਏਮਜ਼ ਵਰਗੇ ਹਸਪਤਾਲ ਮੰਗੇ ਉਹ ਦੇਤੇ। ਜੇ ਬਿਜਲੀ ਪੂਰੀ ਕਰਨ ਨੂੰ ਕਿਹਾ ਤਾਂ ਉਹਦੇ 'ਚ ਮਦਦ ਕੀਤੀ। ਜਾਣੀ ਜੋ ਵੀ ਯੂਨੀਵਰਸਿਟੀਆਂ ਵੱਡੀਆਂ, IIT, ਹੋਰ ਕਿੰਨੀਆਂ ਚੀਜ਼ਾਂ ਮੈਂ ਗਿਣਾਵਾਂ, ਇੱਥੇ ਬਹੁਤ ਟਾਈਮ ਲੱਗ ਜਾਣਾ, ਐਡੀ ਛੋਟੀ ਇੰਟਰਵਿਊ ਲੰਮੀ ਹੋ ਜਾਏਗੀ। ਉਹਨਾਂ ਨੇ ਦਿੱਤਾ ਵੀ ਪੰਜਾਬ ਨੂੰ ਬਹੁਤ ਕੁਛ ਹੈ, ਬੀਜੇਪੀ ਵਾਲਿਆਂ ਨੇ। ਇਹ ਨਹੀਂ ਕਿ ਦਿੱਤਾ, ਡਿਵੈਲਪਮੈਂਟ ਵਾਸਤੇ ਤਾਂ ਬਹੁਤ ਕੁਛ ਦਿੱਤਾ ਹੈ, ਇੱਜ਼ਤ ਮਾਨ। ਪਰ ਉੱਥੇ ਵੀ ਕਦੇ ਸਾਰੀਆਂ ਚੀਜ਼ਾਂ ਤਾਂ ਲੜੀ ਜਾਈਦਾ ਹੁੰਦਾ। ਸਾਰੀਆਂ ਚੀਜ਼ਾਂ ਤਾਂ ਮੈਨੂੰ ਲੱਗਦਾ ਜਿੱਥੇ ਬੀਜੇਪੀ ਦਾ ਰਾਜ ਹੈ ਉਹਨਾਂ ਦੀਆਂ ਵੀ ਨਹੀਂ ਪੂਰੀਆਂ ਹੁੰਦੀਆਂ ਹੋਣੀਆਂ, ਉਹਨਾਂ ਦੀਆਂ ਵਿੱਚ ਕੁਛ ਨਾ ਕੁਛ ਤਾਂ ਰਹਿ ਜਾਂਦੀਆਂ ਹੋਣੀਆਂ। ਸੈਂਟਰ ਦੀਆਂ ਆਪਦੀਆਂ ਮਜਬੂਰੀਆਂ, ਸੂਬਿਆਂ ਦੀਆਂ ਆਪਦੀਆਂ ਮਜਬੂਰੀਆਂ। ਵੈਸੇ ਹੁਣ ਵੇਲਾ ਆ ਗਿਆ ਸੈਂਟਰ ਨੂੰ ਇੱਕ ਵੱਡਾ ਕਮਿਸ਼ਨ ਬਣਾ ਕੇ ਸਾਰੇ ਸੂਬਿਆਂ ਦੀ ਰਾਏ ਲੈ ਕੇ ਸੂਬਿਆਂ ਨੂੰ ਵਿੱਤੀ ਅਧਿਕਾਰ ਜਿਹੜੇ ਆ ਉਹ ਵੱਧ ਜਿਹੜੇ ਉਹ ਦੇ ਦੇਣੇ ਚਾਹੀਦੇ ਆ। ਉਹਦੇ ਨਾਲ ਸੂਬਿਆਂ ਦਾ ਵੀ ਫਾਇਦਾ ਹੋਏਗਾ, ਸੈਂਟਰ ਦਾ ਵੀ ਫਾਇਦਾ ਹੋਏਗਾ। ਆਹ ਜਿਹੜੀ ਰੋਜ਼ ਲਾਲਾ ਲਾਲਾ ਹੁੰਦੀ ਇਹ ਵੀ ਹਟ ਜਾਏਗੀ। ਇਹ ਜਿਹੜਾ ਵੀ ਕੋਈ ਪ੍ਰਾਈਮ ਮਿਨਿਸਟਰ ਕਰ ਦੇਗਾ ਉਹਨੂੰ ਦੁਨੀਆ ਯਾਦ ਵੀ ਰੱਖੂਗੀ, ਹਿੰਦੁਸਤਾਨ ਦੇ ਲੋਕ ਯਾਦ ਰੱਖਣਗੇ, ਤੇ ਸੂਬਿਆਂ ਦਾ ਵੀ ਉਹਦੇ ਨਾਲ ਭਲਾ ਹੋ ਜਾਏਗਾ। ਤੇ ਜੇ ਸੂਬਿਆਂ ਦਾ ਭਲਾ ਹੋ ਗਿਆ ਤੇ ਦੇਸ਼ ਦਾ ਭਲਾ ਹੋ ਜਾਏਗਾ। 2022 ਚ ਮੁਕਾਬਲਾ ਕਿਹਦੇ ਨਾਲ ਹੋਣ ਜਾ ਰਿਹਾ? ਮੈਨੂੰ ਲੱਗਦਾ ਸਾਡਾ ਹਾਲ ਤੱਕ ਤਾਂ ਜੋ ਸਥਿਤੀਆਂ ਨੇ, ਕਾਂਗਰਸ ਨਾਲ ਹੀ ਲੱਗਦਾ ਮੁਕਾਬਲਾ ਸਾਡਾ। ਕਾਂਗਰਸ ਹੀ ਠੀਕ ਮੈਟਰ ਦੇ ਉੱਤੇ ਰਹੇਗੀ, ਕਾਂਗਰਸ ਨਾਲ ਹੀ ਲੱਗਦਾ ਹੈਗਾ ਮੁਕਾਬਲਾ ਤਾਂ ਸਾਡਾ। ਸ਼ੁਕਰੀਆ ਜੀ। ਥੈਂਕ ਯੂ ਜੀ, ਤੁਹਾਡਾ ਵੀ ਬੜੀ ਮਿਹਰਬਾਨੀ। ਤਾਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਜੁੜੇ ਸੀ। ਵੱਡੇ ਸਵਾਲ ਖੜੇ ਕੀਤੇ ਨੇ ਆਪਣੇ ਹੀ ਵਿਰੋਧੀ ਗੁਰਪ੍ਰੀਤ ਸਿੰਘ ਕਾਂਗੜ ਦੇ ਉੱਤੇ ਕਿ ਇੰਨੇ ਕਿਰਤਕਰ ਨਹੀਂ ਹੋਣਾ ਚਾਹੀਦਾ, ਇੰਨੇ ਨਾ ਸ਼ੁਕਰੇ ਨਹੀਂ ਹੋਣਾ ਚਾਹੀਦਾ ਕਿ ਕੈਪਟਨ ਨੂੰ ਜਿਹੜੇ ਬਣਾਉਣ ਵਾਲੇ ਸੀ, ਕੈਪਟਨ ਨੇ ਤੁਹਾਨੂੰ ਬਣਾਇਆ ਤੇ ਹੁਣ ਕੈਪਟਨ ਨੂੰ ਹੀ ਤੁਸੀਂ ਭੁੱਲ ਗਏ ਹੋ। ਤੇ ਕਹਿ ਰਹੇ ਨੇ 2022 ਦੇ ਵਿੱਚ ਕਾਂਗਰਸ ਦੇ ਨਾਲ ਸਾਡਾ ਮੁਕਾਬਲਾ ਹੋਣ ਜਾ ਰਿਹਾ ਤੇ 2022 ਦੀ ਸੱਤਾ ਕਿੱਧਰ ਨੂੰ ਜਾਊਗੀ, ਕਿਹਨਾਂ ਦੇ ਹੱਥ ਬਾਜੀ ਆਉਂਦੀ ਹੈ ਤੇ ਕਿਹੜੇ ਬਾਜੀ ਗਵਾ ਜਾਂਦੇ ਨੇ, ਇਹ ਦੇਖਣ ਵਾਲਾ ਹੋਊਗਾ।